स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਕੋਵਿਡ-19 ਦਾ ਨਜਿੱਠਣ ਦੇ ਲਈ ਭਾਵੇਂ ਉਹ ਕੇਂਦਰ ਸਰਕਾਰ ਹੋਵੇ ਭਾਵੇਂ ਸੂਬਾ ਸਰਕਾਰ ਹੋਵੇ, ਆਪੋ ਆਪਣੇ ਤਰੀਕੇ ਨਾਲ ਯਤਨ ਕਰ ਰਹੀਆਂ ਨੇ ਔਰ ਇਸ ਯਤਨਾਂ ਦੇ ਵਿੱਚ ਬੜੀਆਂ ਖਾਮੀਆਂ ਵੀ ਰਹੀਆਂ ਨੇ, ਭਾਵੇਂ ਉਹ ਕੇਂਦਰ ਵੱਲੋਂ ਰਹੀਆਂ ਹੋਣ ਜਾਂ ਸੂਬਾ ਸਰਕਾਰਾਂ ਵੱਲੋਂ ਰਹੀਆਂ ਹੋਣ। ਪਰ ਇਹਨਾਂ ਖਾਮੀਆਂ ਦਾ ਭੁਗਤਾਨ ਆਮ ਜਨਤਾ ਨੂੰ ਕਰਨਾ ਪਿਆ, ਖਮਿਆਜ਼ਾ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਤੁਹਾਨੂੰ ਲਗਾਤਾਰ ਇਹ ਖਬਰਾਂ ਆਉਂਦੀਆਂ ਹੋਣੀਆਂ ਕਿ ਆਕਸੀਜਨ ਦੀ ਘਾਟ ਪੈ ਗਈ, ਵੈਕਸੀਨ ਮਿਲ ਨਹੀਂ ਰਹੀ, ਟੈਸਟਿੰਗ ਕਿੱਟਾਂ ਹੈ ਨਹੀਂ, ਅਜਿਹੇ ਮਾੜੇ ਪ੍ਰਬੰਧ ਹੋਏ ਨੇ। ਇਸ ਦੇ ਬਾਵਜੂਦ ਸਰਕਾਰਾਂ ਆਪਣੀ ਪਿੱਠ ਥਪਥਪਾਉਂਦੀਆਂ ਰਹੀਆਂ, ਭਾਵੇਂ ਉਹ ਸੂਬਾ ਸਰਕਾਰਾਂ ਹੋਣ ਜਾਂ ਕੇਂਦਰ ਸਰਕਾਰਾਂ ਹੋਣ। ਪੰਜਾਬ ਦੀ ਬਦਕਿਸਮਤੀ ਇਹ ਰਹੀ ਹੈ ਕਿ ਸ਼ੁਰੂ ਤੋਂ ਹੀ, ਜਦ ਤੋਂ ਕੋਵਿਡ-19 ਸ਼ੁਰੂ ਹੋਇਆ, ਭਾਵੇਂ ਉਹ ਪਹਿਲਾ ਫੇਸ ਹੋਵੇ ਜਾਂ ਦੂਜਾ ਫੇਸ ਹੋਵੇ, ਮੌਤ ਦਰ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਹੀ ਹੈ। ਪੂਰੇ ਭਾਰਤ ਵਿੱਚ ਸਭ ਤੋਂ ਵੱਧ ਜਿਹੜੀ ਮੌਤ ਦਰ ਹੈ ਉਹ ਪੰਜਾਬ ਦੇ ਵਿੱਚ ਰਹੀ ਹੈ। ਇਹਨਾਂ ਸਭ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਹ ਕਹਿੰਦੀ ਪਿੱਠ ਥਪਥਪਾਉਂਦੀ ਰਹੀ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ, ਮਿਸ਼ਨ ਫਤਿਹ ਕਰ ਲਿਆ, ਪਰ ਇਹ ਦੱਸਣ ਦੇ ਵਿੱਚ ਨਾਕਾਮਯਾਬ ਰਹੇ ਕਿ ਮੌਤ ਦਰ ਪੰਜਾਬ ਦੇ ਵਿੱਚ ਕਿਉਂ ਵੱਧਦਾ। ਇਹ ਲਗਾਤਾਰ ਕਹਿੰਦੇ ਰਹੇ ਕਿ ਲੋਕ ਲੇਟ ਆਉਂਦੇ ਨੇ ਹਸਪਤਾਲਾਂ ਦੇ ਵਿੱਚ, ਇਸ ਕਰਕੇ ਮੌਤ ਦਰ ਵੱਧਦਾ ਹੈ। ਪਰ ਇਸ ਤੋਂ ਇਲਾਵਾ ਜਿਹੜੀਆਂ ਕਮੀਆਂ, ਜਿਹੜੀਆਂ ਖਾਮੀਆਂ ਅਸੀਂ ਲਗਾਤਾਰ ਦਿਖਾਉਂਦੇ ਰਹੇ, ਤੁਹਾਡੇ ਕੋਲ ਵੈਂਟੀਲੇਟਰ ਹੈ ਨਹੀਂ, ਤੁਹਾਡੇ ਕੋਲ ਅਮਲਾ ਫੈਲਾ ਹੈ ਨਹੀਂ ਹੈ, ਕਦੇ ਕੋਈ ਹੜਤਾਲ ਕਦੇ ਕੋਈ ਹੜਤਾਲ, ਹਸਪਤਾਲਾਂ ਦੇ ਵਿੱਚ ਘਾਟ ਹੈ ਹਰ ਚੀਜ਼ ਦੀ, ਉਹਨਾਂ ਨੂੰ ਦਰਕਨਾਰ ਅਸੀਂ ਕਿਵੇਂ ਕਰ ਸਕਦੇ ਹਾਂ। ਇਸੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਬੈਠ ਗਿਆ ਸੀਗਾ ਕਿ ਜੋ ਵੀ ਹਸਪਤਾਲ ਜਾਏਗਾ ਉਹ ਵਾਪਸ ਮੁੜ ਕੇ ਆਏਗਾ ਨਹੀਂਗਾ। ਇਹ ਧਾਰਨਾ ਜਿਹੜੀ ਹੈ ਖਤਮ ਕਰਨੀ ਬੜੀ ਜ਼ਰੂਰੀ ਸੀ। ਚਲੋ ਸਾਡੀ ਤਾਂ ਖੈਰ ਨਹੀਂ ਮੰਨੀ ਸਰਕਾਰ ਨੇ ਜਾਂ ਵਿਰੋਧੀਆਂ ਤੇ ਨਹੀਂ ਮੰਨੀ, ਪਰ ਲੱਗਦਾ ਕਿ ਸ਼ਾਇਦ ਹੁਣ ਸਰਕਾਰ ਮੰਨੇਗੀ ਜਦੋਂ ਆਪਣੇ ਹੀ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਨੇ, ਖਿਲਾਫ ਵੀ ਕਹਿ ਲਓ ਜਾਂ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਅਸ਼ਵਨੀ ਸੇਖੜੀ ਹੋਰਾਂ ਦੀ। ਸੀਨੀਅਰ ਕਾਂਗਰਸੀ ਆਗੂ ਨੇ, ਸਾਬਕਾ ਮੰਤਰੀ ਵੀ ਰਹੇ ਨੇ। ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਕਿਹਾ ਕਿ ਕੋਵਿਡ-19 ਦੌਰਾਨ ਪੰਜਾਬ ਸਰਕਾਰ ਦਾ ਜੋ ਕੰਮ ਰਿਹਾ ਉਹ ਬਿਲਕੁਲ ਠੀਕ ਨਹੀਂ ਰਿਹਾ, ਜਿਸ ਕਰਕੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪਏ। ਸਾਡੇ ਨਾਲ ਮੌਜੂਦ ਨੇ ਅਸ਼ਵਨੀ ਸੇਖੜੀ ਸਾਹਿਬ। ਸੇਖੜੀ ਸਾਹਿਬ, ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਗੱਲਬਾਤ ਕਰਨ ਦੇ ਲਈ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦੇ ਥਰੂ ਸਾਰੇ ਦੇਸ਼ ਵਿਦੇਸ਼ ਦੇ ਸਾਰੇ ਹੀ ਪੰਜਾਬੀਆਂ ਨੂੰ ਮੇਰਾ ਪ੍ਰੇਮ ਭਰਾ ਸਤਿ ਸ੍ਰੀ ਅਕਾਲ, ਨਮਸਕਾਰ ਜੀ। ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਮੈਂ ਇਸ ਵੇਲੇ ਬੋਲ ਰਿਹਾ ਔਰ ਹੁਣੇ ਬਟਾਲੇ ਤੋਂ ਆਇਆ। ਉਹ ਧਰਤੀ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਹੋਈ ਮਾਤਾ ਸੁਲੱਖਣੀ ਜੀ ਦੇ ਨਾਲ, ਉੱਥੋਂ ਚੱਲ ਕੇ ਸਿੱਧਾ ਮੈਂ ਅੰਮ੍ਰਿਤਸਰ ਆਇਆ ਔਰ ਇੱਥੇ ਤੁਹਾਡੇ ਨਾਲ ਗੱਲ ਕਰ ਰਿਹਾ, ਸਮਰਨ ਕਰਾ ਰਿਹਾ ਸਾਰੇ ਪੰਜਾਬੀਆਂ ਨੂੰ ਇਸ ਪਾਵਨ ਧਰਤੀ ਦੀ। ਔਰ ਇੱਥੋਂ ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਤੁਸੀਂ ਮੇਰੇ ਚੁੱਕੇ ਹੋਏ ਇਸ਼ੂ ਦੇ ਉੱਤੇ ਇੱਕ ਸਪੈਸ਼ਲ ਡਿਬੇਟ ਲੈ ਕੇ ਆ ਰਹੇ ਹੋ, ਕਿਉਂਕਿ ਮੈਂ ਜੋ ਮਹਿਸੂਸ ਕਰਦਾ ਗਰਾਊਂਡ ਲੈਵਲ ਤੇ ਬੈਠੇ ਹੋਏ ਇੱਕ ਕਾਂਗਰਸੀ ਵਰਕਰ ਦੇ ਨਾਤੇ, ਆਮ ਲੋਕਾਂ ਦੇ ਨਾਲ ਜੁੜੇ ਹੋਏ ਆਮ ਇਨਸਾਨ ਦੇ ਨਾਤੇ, ਨਾਗਰਿਕ ਦੇ ਨਾਤੇ ਮੈਂ ਸਮਝਦਾ ਕਿ ਅੱਜ ਦਾ ਮੇਨ ਮੁੱਦਾ ਪੰਜਾਬ ਵਿੱਚ ਇਹ ਸਮੇਂ ਹੈ ਕਿ ਕੋਵਿਡ ਦੀ ਅਸੀਂ ਤਿਆਰੀ ਜਿਹੜੀ ਆ, ਕੋਵਿਡ ਨਾਲ ਲੜਨ ਦੀ ਤਿਆਰੀ ਕਰੀਏ ਔਰ ਪੰਜਾਬੀਆਂ ਦੀ ਜਾਨ ਬਚਾਈਏ। ਠੀਕ ਹੈ ਸੇਖੜੀ ਸਾਹਿਬ, ਚਲੋ ਆਪਾਂ ਸਿੱਧਾ ਮੁੱਦੇ ਤੇ ਆਨੇ ਆ ਸਿੱਧਾ। ਪੰਜਾਬ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਮਿਸ਼ਨ ਫਤਿਹ 2.0 ਦੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ, ਮਿਸ਼ਨ ਫਤਿਹ ਦੂਜਾ ਸ਼ੁਰੂ ਕਰਨ ਜਾ ਰਹੇ ਹਾਂ। ਮਿਸ਼ਨ ਫਤਿਹ ਪਹਿਲਾਂ ਅਸੀਂ ਫਤਿਹ ਕਰ ਲਿਆ, ਸਰਕਾਰ ਤਾਂ ਤਿਆਰੀਆਂ ਕਰ ਰਹੀ ਹੈ ਮਿਸ਼ਨ ਫਤਿਹ 2 ਦੀਆਂ, ਤੇ ਤੁਸੀਂ ਕਹਿੰਦੇ ਹੋ ਕਿ ਨਾਕਾਮੀਆਂ ਰਹੀਆਂ ਨੇ, ਸਰਕਾਰੀ ਪ੍ਰਬੰਧਾਂ ਦੇ ਵਿੱਚ ਨਾਕਾਮੀਆਂ ਰਹੀਆਂ ਨੇ। ਇੱਥੋਂ ਤੱਕ ਕਿ ਤੁਸੀਂ ਤਾਂ ਇਹ ਵੀ ਕਹਿ ਦਿੱਤਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਕਸੀਨ ਲਗਾਉਣ ਦੇ ਲਈ ਸਰਿੰਜਾਂ ਤੱਕ ਨਹੀਂ ਨੇ। ਦੇਖੋ ਹਰਪ੍ਰੀਤ ਜੀ, ਮੈਂ ਤੇ ਆਪਣੇ ਜਿਹੜੇ ਐਕਸਪੀਰੀਅੰਸ ਹੈ ਉਹ ਸ਼ੇਅਰ ਕੀਤੇ ਨੇ ਤੁਹਾਡੇ ਨਾਲ, ਪੂਰੇ ਜਨਤਾ ਦੇ ਨਾਲ। ਕੱਲ ਵੀ ਪ੍ਰੈਸ ਕਾਨਫਰੰਸ 'ਚ ਦੱਸਿਆ ਸੀ, ਮੈਂ ਦੁਬਾਰਾ ਦੱਸਣਾ ਚਾਹੁੰਦਾ ਕਿ ਜਿਹੜੇ ਹਾਲਾਤ ਕੋਵਿਡ ਦੇ ਨੇ ਦੇਸ਼ ਵਿੱਚ, ਵੱਡੀਆਂ ਸਰਕਾਰਾਂ ਦੇ ਹੱਥ ਖੜੇ ਹੋ ਗਏ, ਵੱਡੇ ਹਸਪਤਾਲਾਂ ਜਿਹੜੇ ਜਿਸ ਤਰ੍ਹਾਂ ਦਿੱਲੀ ਔਰ ਬੰਬੇ ਵਿੱਚ ਇੰਡੀਆ ਦੇ ਬੈਸਟ ਹਸਪੀਟਲਸ ਨੇ ਜੀ, ਮੈਡੀਕਲ ਫੈਸਿਲਿਟੀਜ਼ ਬੈਸਟ ਨੇ, ਨੰਬਰ ਆਫ ਹਸਪੀਟਲ, ਪੈਰਾਮੈਡੀਕਲ ਸਟਾਫ ਐਂਡ ਡਾਕਟਰਸ ਨੰਬਰ 1 ਨੇ। ਉੱਥੋਂ ਦੇ ਹਸਪਤਾਲਾਂ ਦੇ ਔਰ ਮੈਡੀਕਲ ਸੈਟਅਪ ਦੇ ਹੱਥ ਖੜੇ ਹੋ ਗਏ ਜਦੋਂ ਕਿ ਕੋਵਿਡ ਦਾ ਪ੍ਰਕੋਪ ਵਧਿਆ, ਬਿਮਾਰੀ ਵਧੀ, ਤੇ ਉੱਥੇ ਦੇਖਿਆ ਗਿਆ ਕਿ ਪਰਿਵਾਰਾਂ ਦੇ ਪਰਿਵਾਰ ਆਪਣੇ ਮਰੀਜ਼ਾਂ ਨੂੰ ਲੈ ਕੇ ਕਦੀ ਕਿਸੇ ਹਸਪੀਟਲ ਦੇ ਧੱਕੇ ਖਾਂਦੇ ਰਹੇ, ਪਰ ਉਹਨਾਂ ਨੂੰ ਮਰੀਜ਼ ਨੂੰ ਲਿਟਾਉਣ ਵਾਸਤੇ ਬੈੱਡ ਤੱਕ ਨਹੀਂ ਮਿਲਿਆ। ਔਰ ਜੇ ਕਿਤੇ ਬੈੱਡ ਮਿਲ ਗਿਆ ਤਾਂ ਫਿਰ ਆਕਸੀਜਨ ਇੰਨੀ ਘੱਟ ਸੀ ਕਿ ਬਿਨਾਂ ਆਕਸੀਜਨ ਤੋਂ ਮਰੀਜ਼ ਮਰ ਗਏ। ਇੰਤਜ਼ਾਮ ਜਿੰਨੇ ਮਰਜ਼ੀ ਕਹਿ ਲਈਏ, ਪਰ ਪ੍ਰੈਕਟੀਕਲ ਜੋ ਦੇਖਿਆ ਤੁਹਾਡੇ ਸਾਹਮਣੇ ਹੈ ਨਾਕਾਫੀ ਰਹੇ। ਅੱਜ ਪੰਜਾਬ ਦੀ ਪਾਪੂਲੇਸ਼ਨ ਜਿਹੜੀ ਹੈ, ਆਬਾਦੀ ਸਾਡੀ 3 ਕਰੋੜ ਹੈ, ਔਰ ਸਾਡੇ ਸੀਐਮ ਸਾਹਿਬ ਦੇ ਫੋਟੋ ਲੱਗ ਕੇ ਇੱਕ ਐਡਵਰਟੀਜ਼ਮੈਂਟ ਆ ਰਹੀ ਹੈ ਕਿ ਪੂਰੇ ਪੰਜਾਬ 'ਚ ਸਿਰਫ 10,000 ਬੈੱਡ ਨੇ ਜਿਨ੍ਹਾਂ ਤੇ ਇਲਾਜ ਹੋ ਸਕਦਾ ਹੈ। ਔਰ 3 ਕਰੋੜ ਪਾਪੂਲੇਸ਼ਨ, 10,000 ਬੈੱਡ, ਤੁਸੀਂ ਇੰਟਰਨੈਸ਼ਨਲ ਲੈਵਲ ਤੇ WHO ਜਾਂ ਇੰਡੀਅਨ ਸਟੈਂਡਰਡ ਤੇ ਵੀ ਦੇਖ ਲਓ, ਬਹੁਤ ਘੱਟ ਨੇ। ਅਸੀਂ
ਹਰਪ੍ਰੀਤ ਜੀ ਬੈਕਗ੍ਰਾਉਂਡ ਤੇ ਸਿੰਪਲ ਹੈ ਕਿ ਮੈਂ ਇਹ ਸਮਝਿਆ ਕਿ ਕੋਵਿਡ 2 ਦੇ ਵਿੱਚ ਕਾਫੀ ਜ਼ਿਆਦਾ ਇੰਤਜ਼ਾਮ ਘੱਟ ਨੇ। ਮੈਂ ਇੱਕ ਸਟੱਡੀ ਦੱਸੀ ਸੀਗੀ ਕੱਲ ਔਰ ਅੱਜ ਵੀ ਦੱਸ ਦੇਣਾ ਚਾਹੁੰਦਾ ਕਿਉਂਕਿ ਕੁਝ ਨਵੇਂ ਦਰਸ਼ਕ ਵੀ ਇਸ ਪ੍ਰੋਗਰਾਮ ਤੇ ਆਏ ਹੋਣਗੇ ਕਿ ਬਟਾਲਾ ਸਬ ਡਿਵੀਜ਼ਨ 'ਚ 5 ਕੌਂਸਟੀਟੂਐਂਸੀਆਂ ਪੈਂਦੀਆਂ, ਜਿਹਦੇ 'ਚ ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ ਤੇ ਬਟਾਲਾ। ਲਗਭਗ 20 ਲੱਖ ਪਾਪੂਲੇਸ਼ਨ ਹੈ ਔਰ 20 ਲੱਖ ਪਾਪੂਲੇਸ਼ਨ 'ਚ ਸਾਡੇ ਕੋਲ ਸਿਰਫ 50 ਬੈੱਡ ਨੇ ਜਿਹੜੇ ਕਿ ਸਿਵਲ ਹਸਪੀਟਲ ਬਟਾਲਾ 'ਚ ਨੇ ਔਰ 30 ਬੈੱਡ ਹੋਰ ਨੇ ਜਿਹੜੇ ਕਿ ਪ੍ਰਾਈਵੇਟ ਹਸਪੀਟਲ, ਤਿੰਨਾਂ ਦੇ ਵਿੱਚ 10-10 ਬੈੱਡ ਪਾ ਕੇ, ਯਾਨੀ ਕਿ 80 ਬੈੱਡ ਦਾ ਇੰਤਜ਼ਾਮ ਹੈ ਪੂਰੇ 20 ਲੱਖ ਪਾਪੂਲੇਸ਼ਨ ਦੇ ਲਈ। ਕਿਆ ਸਫੀਸ਼ੀਐਂਟ ਹੈ? ਇਹ ਲੋਕ ਖੁਦ ਇਸ ਦਾ ਅਸੈਸਮੈਂਟ ਕਰ ਲੈਣ, ਕਿਸੇ ਵੀ ਇੰਟਰਨੈਸ਼ਨਲ ਸਟੈਂਡਰਡ ਨਾਲ ਦੇਖ ਲੈਣ। ਔਰ ਫਿਰ ਇੱਕ ਦੇਖੋ, ਕੋਈ ਵੀ ਵੈਂਟੀਲੇਟਰ ਨਹੀਂ ਹੈ, ਕੋਈ ਆਕਸੀਜਨ ਕੰਸਨਟ੍ਰੇਟਰ ਨਹੀਂ ਹੈ। ਸਪਲਾਈ ਆਕਸੀਜਨ ਦੀ ਆ ਜਾਂਦੀ ਤੇ ਲੱਗ ਜਾਂਦੀ ਹੈ। ਅਗਰ ਹਾਲਾਤ ਦੇਸ਼ 'ਚ ਵਿਗੜਦੇ ਨੇ, ਜਿਸ ਤਰ੍ਹਾਂ ਯੂਪੀ ਦੇ ਵਿੱਚ ਤੁਸੀਂ ਦੇਖੋ, ਗੰਗਾ ਦੇ ਵਿੱਚ ਲਾਸ਼ਾਂ ਭਰੀਆਂ ਨਿਕਲੀਆਂ, ਤੈਰਦੀਆਂ ਨਿਕਲੀਆਂ, ਲੋਕਾਂ ਨੂੰ ਸ਼ਮਸ਼ਾਨ ਘਾਟ 'ਚ ਜਗ੍ਹਾ ਨਹੀਂ ਮਿਲੀ ਤੇ ਉਹਨਾਂ ਨੇ ਪੂਰੇ ਪਰਿਵਾਰਾਂ ਨੇ ਆਪਣੀਆਂ ਲਾਸ਼ਾਂ ਜਿਹੜੀਆਂ ਵਾ ਉਹ ਗੰਗਾ 'ਚ ਬਹਾ ਦਿੱਤੀਆਂ। ਐਸੇ ਹਾਲਾਤ ਕਰੋਨਾ ਨੇ ਕੀਤੇ ਨੇ, ਖਤਰਨਾਕ ਬਿਮਾਰੀ ਹੈ। ਸੈਕਟਰੀ ਸਾਹਿਬ ਠੀਕ ਹੈ, ਤੁਹਾਡੀਆਂ ਗੱਲਾਂ ਠੀਕ ਹੈ, ਤੁਹਾਡੇ ਖਦਸ਼ੇ ਠੀਕ ਹੈ। ਮੈਂ ਸਵਾਲ ਹੀ ਪੁੱਛਣਾ ਚਾਹਨਾ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਜੇ ਤਾਂ ਵਿਰੋਧੀ ਸਰਕਾਰ ਹੁੰਦੀ ਤਾਂ ਤੁਸੀਂ ਕਹਿੰਦੇ ਚੰਗੇ ਲੱਗਦੇ ਸੀ। ਤੁਹਾਡੀ ਪਾਰਟੀ ਦੀ ਸਰਕਾਰ ਹੈ, ਵਿਦਨ ਪਾਰਟੀ ਤੁਸੀਂ ਪਾਰਟੀ ਦੇ ਵਿੱਚ ਰਹਿੰਦੇ ਹੋਇਆ ਮੀਡੀਆ ਚਾਣ ਦੀ ਬਜਾਏ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ ਸੀਐਮ ਸਾਹਿਬ ਦੇ ਨਾਲ? ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ ਆਪਣੇ ਮੌਜੂਦਾ ਵਿਧਾਇਕ ਦੇ ਨਾਲ, ਮੰਤਰੀਆਂ ਦੇ ਨਾਲ? ਤੁਹਾਡੇ ਇਲਾਕੇ ਤੇ 2-2 ਮੰਤਰੀ ਨੇ ਜਨਾਬ। ਜੇ ਤੁਹਾਡੇ ਇਲਾਕੇ ਦੇ ਵਿੱਚ 2 ਮੰਤਰੀ ਹੋਣ ਦੇ ਬਾਵਜੂਦ ਇਹ ਹਾਲਾਤ ਨੇ ਤਾਂ ਫਿਰ ਪੂਰੇ ਪੰਜਾਬ ਦਾ ਤਾਂ ਰੱਬ ਹੀ ਰੱਖਾ। ਹਰਪ੍ਰੀਤ ਜੀ, ਮੈਂ ਕੱਲ ਵੀ ਇਹ ਗੱਲ ਕਹੀ ਸੀ, ਅੱਜ ਵੀ ਇਹ ਗੱਲ ਕਰਨਾ। ਪੋਲਿਟਿਕਸ ਸਾਰੀ ਉਮਰ ਕੀਤੀ ਹੈ ਤੇ ਕਰਦੇ ਰਵਾਂਗੇ। ਅੱਜ ਸਮੇਂ ਹੈ ਪੰਜਾਬ ਤੇ ਪੰਜਾਬੀਆਂ ਨੂੰ ਬਚਾਉਣ ਦਾ। ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਮੁੱਦਾ ਪੰਜਾਬੀਆਂ ਦਾ ਮੁੱਦਾ ਜਿਹੜਾ ਕਿ ਮੈਂ ਪ੍ਰੈਸ ਦੇ ਥਰੂ ਜਨਤਾ ਦੇ ਸਾਹਮਣੇ ਲੈ ਕੇ ਆਇਆ। ਨਹੀਂ, ਫਿਰ ਤੁਸੀਂ ਸਰਕਾਰ ਦੇ ਸਾਹਮਣੇ ਲੈ ਕੇ ਆਇਆ। ਸਿੱਧਾ ਸਰਕਾਰ ਕੋਲ ਕਿਉਂ ਨਹੀਂ ਪਹੁੰਚਾਈ ਗੱਲ? ਤੁਸੀਂ ਤਾਂ ਮੰਤਰੀ ਵੀ ਰਹੇ ਹੋ, ਤੁਸੀਂ ਸੀਨੀਅਰ ਆਗੂ ਹੋ, ਤੁਸੀਂ ਪਹੁੰਚਾਈ ਕਿਉਂ ਨਹੀਂ ਗੱਲ? ਪਹੁੰਚਾਈ, ਮੈਂ ਦੱਸਣਾ ਚਾਹੁੰਦਾ ਜੀ, ਸਰਕਾਰ ਕੋਲ ਗੱਲ ਪਹੁੰਚਾਈ ਸੀ। ਮੈਂ ਆਪਣੀ ਸ਼ੰਸ਼ਾ ਅਸੀਂ ਰੱਖੀ ਸੀ ਕਿ ਘੱਟੋ ਘੱਟ ਸਾਡੇ ਇਲਾਕੇ 'ਚ ਇੰਤਜ਼ਾਮ ਬਿਹਤਰ ਚਾਹੀਦੇ ਨੇ, ਹੋਰ ਚਾਹੀਦੇ ਨੇ, ਸਾਡੇ ਨਹੀਂ ਹੋਏ। ਫਿਰ ਮੈਂ ਜਿਹੜੀ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਹਾਂ, ਸਾਰੇ ਪੰਜਾਬ 'ਚ ਜਿਹੜੇ ਸਾਡੇ ਕਾਲਜਿਸ ਨੇ, ਸਾਡੇ ਕੁਲੀਗਸ ਨੇ, ਮੈਂ ਉਹ ਐਜ਼ ਏ ਚੇਅਰਮੈਨ ਉਹਨਾਂ ਨੂੰ ਅਪੀਲ ਕੀਤੀ ਔਰ ਉਹ ਤਿਆਰ ਹੋ ਗਏ। 6 ਮਈ ਨੂੰ ਮੈਂ ਲਿਖ ਕੇ ਇੱਕ ਮੈਸੇਜ ਪਾਇਆ ਮਾਨਯੋਗ ਮੁੱਖ ਮੰਤਰੀ ਜੀ ਔਰ ਉਹਨਾਂ ਦੇ ਆਸ-ਪਾਸ 8-10 ਅਫਸਰਾਂ ਨੂੰ ਕਿ ਜੀ ਅਸੀਂ ਇਹ ਸਾਰੇ ਚਾਹੁੰਦੇ ਆ ਕਿ ਸਾਡੇ ਕਾਲਜਿਸ ਜਿਹੜੇ ਨੇ ਅੱਜ ਕੱਲ੍ਹ ਦੇ ਕਲਾਸਾਂ ਬੰਦ ਕੀਤੀਆਂ ਹੋਈਆਂ, ਅਸੀਂ ਉੱਥੇ ਕੋਵਿਡ ਸੈਂਟਰ ਬਣਾ ਦਿੰਦੇ ਆ, ਆਪਣੇ ਕੋਲ ਪੈਸਾ ਲਗਾ ਕੇ ਬੈੱਡਸ ਦਾ ਇੰਤਜ਼ਾਮ ਕਰਾ ਦਿੰਦੇ ਆ। ਜੇ 10,000 ਬੈੱਡ ਸਰਕਾਰ ਦੇ ਕੋਲ ਪੂਰੇ ਪੰਜਾਬ 'ਚ ਪ੍ਰਾਈਵੇਟ ਤੇ ਸਿਵਲ ਹਸਪੀਟਲਾਂ 'ਚ ਹੈਗੇ ਨੇ ਤੇ 10,000 ਬੈੱਡ ਅਸੀਂ ਕਾਲਜਾਂ ਵਿੱਚ ਲਵਾ ਦਿੰਦੇ ਆ, ਆਪਣਾ ਖਰਚਾ ਕਰ ਦਿੰਦੇ ਆ। ਪਰ ਉਹਨਾਂ ਨੂੰ ਚਲਾਉਣ ਦੇ ਲਈ ਸਰਕਾਰ ਜਿਹੜੀ ਹੈ ਆਕਸੀਜਨ ਦਾ ਪ੍ਰਬੰਧ ਕਰੇ, ਕਿਉਂਕਿ ਸਾਰਾ ਆਕਸੀਜਨ ਦਾ ਨਿਯੰਤਰਣ ਸਰਕਾਰ ਕੋਲ ਹੈ। ਠੀਕ ਹੈ, ਜਿਹੜੇ ਤੁਹਾਡੇ ਆਕਸੀਜਨ ਕਨਸੈਂਟਰੇਟਰਸ ਨੇ ਉਹ ਮਸ਼ੀਨਾਂ ਲੈ ਆਵੇ, ਡਾਕਟਰਸ ਲੈ ਆਵੇ, ਪੈਰਾਮੈਡੀਕਲ ਸਟਾਫ ਲੈ ਆਵੇ। ਅਗਰ ਜ਼ਰੂਰਤ ਹੋਏ ਤੇ ਅਸੀਂ ਲੋਕ ਤਾਂ ਆਪ ਕੋਆਪਰੇਟ ਕਰਨ ਨੂੰ ਤਿਆਰ ਆ। ਕੋਈ ਜਵਾਬ ਆਇਆ ਇਹਨਾਂ ਗੱਲਾਂ ਦਾ? ਕੋਈ ਜਵਾਬ ਆਇਆ ਤੁਹਾਨੂੰ? ਸਾਡੇ ਟੀਚਰ ਕੋਆਪਰੇਟ ਕਰਨ ਨੂੰ ਤਿਆਰ ਹੈ। ਸਰ ਮੈਂ ਉਹ ਭੇਜ ਦਿੱਤਾ ਪਰ ਮੇਰੇ ਕੋ ਕੋਈ ਜਵਾਬ ਨਹੀਂ ਆਇਆ। ਅੱਜ 20-22 ਦਿਨ ਹੋ ਗਏ ਨੇ। ਇਸ ਲਈ ਮੈਂ ਪ੍ਰੈਸ 'ਚ ਗਿਆ ਕਿ ਮੇਰੀ ਤੇ ਕੋਈ ਅਪਾਇੰਟਮੈਂਟ ਨਹੀਂ ਹੁੰਦੀ, ਗੱਲ ਸੁਣੀ ਨਹੀਂ ਜਾਂਦੀ, ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ। ਇਹ ਮੁੱਦਾ ਕੱਲੇ ਅਸ਼ਵਨੀ ਸੇਖਰੀ ਦਾ ਨਹੀਂ, ਇਹ ਕਿਸੇ ਕਾਂਗਰਸ ਪਾਰਟੀ, ਅਕਾਲੀ ਦਲ, ਬੀਜੇਪੀ ਆਪ ਦਾ ਮੁੱਦਾ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦਾ ਮੁੱਦਾ ਹੈ। ਸਾਡੇ ਬੱਚੇ ਨੇ, ਸਾਡੇ ਪਰਿਵਾਰ ਨੇ, ਸਾਡੇ ਬਜ਼ੁਰਗ ਮਾਂ-ਬਾਪ ਨੇ। ਅਗਰ ਅਸੀਂ ਉਹਨਾਂ ਨੂੰ ਇੱਕ ਆਕਸੀਜਨ ਨਹੀਂ ਦੇ ਸਕੇ, ਦੇਖੋ ਸਾਡੇ ਹਰਪ੍ਰੀਤ ਜੀ ਸਾਡੇ ਰਿਵਾਜ ਹੈ, ਅਗਰ ਕਿਸੇ ਬੰਦੇ ਦੀ ਡੈਥ ਹੋਣ ਲੱਗਦੀ ਹੈ ਤੇ ਗੰਗਾ ਜਲ ਉਹਦੇ ਜ਼ੁਬਾਨ ਤੇ ਰੱਖਦੇ ਆ ਕਿ ਬੰਦਾ ਤੇ ਜਾ ਰਿਹਾ, ਘੱਟ ਤੋਂ ਘੱਟ ਉਹਦਾ ਗਲਾ ਨਾ ਸੁੱਕ ਜਾਵੇ। ਅੱਜ ਜੇ ਕਰੋਨਾ ਲਈ ਜੇ ਕਿਸੇ ਨੂੰ ਹਸਪੀਟਲ ਲੈ ਜਾਏ, ਸਾਨੂੰ ਪਤਾ ਹੀ ਹੁੰਦਾ ਕਿ ਪਤਾ ਨਹੀਂ ਇਹਨੇ ਵਾਪਸ ਆਣਾ ਤੇ ਨਹੀਂ ਆਣਾ। ਘੱਟੋ ਘੱਟ 2 ਸਾਹ ਆਕਸੀਜਨ ਤੇ ਮਿਲ ਜਾਣ ਉਹਨੂੰ। ਆਪਣੇ ਕੋਲ ਕੋਈ ਪੰਜਾਬ 'ਚ ਇੰਤਜ਼ਾਮ ਨਹੀਂ ਹੈ ਔਰ ਮੈਂ ਦਾਅਵੇ ਨਾਲ ਕਹਿ ਰਿਹਾ, ਮੇਰਾ ਪਰਸਨਲ ਐਕਸਪੀਰੀਅੰਸ ਹੈ, ਇੰਤਜ਼ਾਮ ਨਹੀਂ ਨੇ। ਔਰ ਇਹ ਮੈਂ ਕਿਸੇ ਪਾਰਟੀ ਨੂੰ ਜਾਂ ਕਾਂਗਰਸ ਨੂੰ ਜਾਂ ਸਰਕਾਰ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ। ਸਾਨੂੰ ਸਭ ਨੂੰ ਮਿਲ ਕੇ ਇੰਤਜ਼ਾਮ ਕਰਨੇ ਪੈਣਗੇ।
ਨਹੀਂ ਪਰ ਜਿਸ ਤਰ੍ਹਾਂ ਅਸੀਂ ਆਪਣਾ ਕੀਤਾ ਹੈਗਾ ਆਫਰ ਕੀਤਾ ਫੇਲਿਅਰ ਕਿੱਥੇ ਬੈੱਡ ਲਗਾ ਦਿੰਨੇ ਆ। ਦਿੱਕਤ ਕਿੱਥੇ ਆ ਰਹੀ ਹੈ, ਫੇਲਿਅਰ ਕਿੱਥੇ ਹੈ? ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡਾ ਸੀਐਮ ਸਾਡਾ ਹੈਲਥ ਮਿਨਿਸਟਰ ਗਰਾਊਂਡਾਂ ਤੇ ਫਿਰਦਾ ਹੈ, ਇੰਤਜ਼ਾਮ ਕਰਦਾ ਹੈ, ਕੋਵਿਡ ਸੈਂਟਰ ਬਣਾਉਂਦਾ ਫਿਰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ? ਪੰਜਾਬ ਦੇ ਸਿਹਤ ਮੰਤਰੀ ਸਾਹਿਬ ਕਿੱਥੇ ਨੇ? ਵਾਰ-ਵਾਰ ਸਵਾਲ ਚੁੱਕਿਆ ਜਾਂਦਾ। ਮੈਨੂੰ ਲੱਗਦਾ ਤੁਹਾਨੂੰ ਵੀ ਇਦਾਂ ਦੇ ਸਵਾਲ ਹੁੰਦੇ ਹੋਣੇ ਜਿਹਦਾ ਜਵਾਬ ਨਹੀਂ ਹੁੰਦਾ ਹੁਣ ਤੁਹਾਡੇ ਕੋਲ ਵੀ। ਬਿਲਕੁਲ, ਜਨਤਾ ਸਵਾਲ ਪੁੱਛਦੀ ਆ ਜਦੋਂ ਅਸੀਂ ਲੋਕਾਂ ਨੂੰ ਮਿਲਨੇ ਆ। ਉਹ ਲੋਕੀ ਕਹਿੰਦੇ ਨੇ ਕਿ ਹਰ ਸਟੇਟ ਦਾ ਮੁੱਖ ਮੰਤਰੀ ਕੋਵਿਡ ਸੈਂਟਰ ਚੈੱਕ ਕਰਦਾ ਹੈ, ਤੁਹਾਡੇ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਹੈ ਆਂਦੇ ਸਾਡੇ ਕੋਲ ਸਾਡੀ ਗੱਲ ਸੁਣਨ। ਮੈਂ ਤਾਂ ਸਮਝਦਾ ਨਾਟ ਓਨਲੀ ਮੁੱਖ ਮੰਤਰੀ, ਜਿੰਨੇ ਸਾਡੇ ਲੀਡਰ ਆਫ ਦੀ ਆਪੋਜੀਸ਼ਨ ਜਾਂ ਸਾਡੇ ਦੂਸਰੇ ਸਾਡੇ ਐਮਐਲਏ ਸਾਹਿਬਾਨ, ਸਾਡੇ ਮਿਨਿਸਟਰ ਸਾਹਿਬਾਨ, ਸਭ ਦਾ ਫਰਜ਼ ਹੈ ਕਿ ਆਰਮੀ ਦੀ ਤਰ੍ਹਾਂ ਇੱਕ ਫੌਜ ਦੀ ਤਰ੍ਹਾਂ ਇਕੱਠੇ ਹੋ ਜਾਣ। ਮੈਂ ਮੰਗ ਕੀਤੀ ਆ ਆਲ ਪਾਰਟੀ ਮੀਟਿੰਗ ਬੁਲਾਈ ਜਾਏ, ਕੈਪਟਨ ਸਾਹਿਬ ਮੀਟਿੰਗ ਬੁਲਾਣ। ਇਸ ਵੇਲੇ ਫੈਮਿਲੀ ਦਾ ਹੈਡ ਪੰਜਾਬ ਦੇ ਹੈਡ ਨੇ ਜੀ, ਉਹਨਾਂ ਲਈ ਸਾਰੇ ਇੱਕੋ ਜਿਹੇ ਨੇ। ਪਾਰਟੀ ਲੈਵਲ ਦੇ ਉੱਪਰ ਉੱਠ ਕੇ ਹਰ ਪਾਰਟੀ ਦਾ ਜਿਹੜਾ ਵਰਕਰ ਹੈ, ਜਿਹੜਾ ਸੋਸ਼ਲ ਵਰਕਰ ਹੈ, ਇਹ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਹੈ। ਉਹਨਾਂ ਨੂੰ ਲੈਣਾ ਚਾਹੀਦਾ ਸਾਥ, ਕਿਉਂ ਨਹੀਂ ਲੈਂਦੇ? ਉਹਦਾ ਜਵਾਬ ਇੱਕ ਗੱਲ ਦਾ ਜਵਾਬ ਤੁਸੀਂ ਦਿਓਗੇ। ਤੁਸੀਂ ਸਿਆਸਤਦਾਨ ਵੀ ਹੋ, ਤੁਹਾਡੇ ਕੈਬਨਿਟ ਮੰਤਰੀ, ਤੁਹਾਡੇ ਬੜੇ ਸਾਰੇ ਐਮਐਲਏ ਆਪੋ ਆਪਣੀਆਂ ਵੱਖਰੀਆਂ ਮੀਟਿੰਗਾਂ ਕਰ ਰਹੇ ਨੇ, ਕਦੀ ਦਲਿਤ ਇਸ਼ੂ ਚੁੱਕਦੇ ਨੇ, ਕਦੇ ਕਹਿੰਦੇ ਨੇ ਕਿਹੜਾ ਸਾਡਾ ਲੀਡਰ ਹੋਣਾ ਚਾਹੀਦਾ, ਕਿਹੜਾ ਸਾਡਾ ਸੀਐਮ ਹੋਣਾ ਚਾਹੀਦਾ। ਤੁਸੀਂ ਤਾਂ ਇੰਨੀ ਸੁਹਿਰਦਤਾ ਜਤਾ ਰਹੇ ਹੋ, ਪਰ ਕੀ ਤੁਹਾਡੇ ਮੰਤਰੀਆਂ, ਤੁਹਾਡੇ ਵਿਧਾਇਕਾਂ ਨੂੰ ਇਹ ਕੰਮ ਪਹਿਲਾਂ ਕਰਨੇ ਚਾਹੀਦੇ ਨੇ ਜਾਂ ਜਨਤਾ ਦਾ ਦੇਖਣਾ ਚਾਹੀਦਾ? ਪਹਿਲਾਂ ਜਨਤਾ ਦੇ ਮਾਲ ਦੀ, ਜਾਨ ਮਾਲ ਦੀ ਰੱਖਿਆ ਕਰਨੀ ਚਾਹੀਦੀ ਹੈ। ਪਿਛਲੇ 42 ਸਾਲ ਤੋਂ ਕਾਂਗਰਸ ਪਾਰਟੀ ਦੀ ਵਰਕਰੀ ਕਰ ਰਿਹਾ ਜੀ। ਮੈਂ ਦਿਨ ਰਾਤ ਆਪਾਂ ਪਾਰਟੀ ਲਈ ਕੰਮ ਕੀਤਾ ਔਰ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਹਾਂ, ਸੈਕਟਰੀ ਰਿਹਾ, ਮਿਨਿਸਟਰ ਰਿਹਾ, ਐਮਐਲਏ ਰਿਹਾ ਕਈ ਵਾਰ। ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਕਿ ਕਾਂਗਰਸ ਪਾਰਟੀ 'ਚ ਇਹੋ ਜਿਹੇ ਜਜ਼ਬੇ ਨਹੀਂ ਸਨ ਪਹਿਲਾਂ। ਠੀਕ ਹੈ, ਨਾਰਮਲ ਟਾਈਮ ਦੇ ਵਿੱਚ ਤੁਸੀਂ ਰਾਜਨੀਤੀ ਕਰ ਸਕਦੇ ਹੋ, ਕਿਸੇ ਨੂੰ ਅੱਗੇ ਲਿਆਣਾ, ਕਿਸੇ ਨੂੰ ਪਿੱਛੇ ਲਿਜਾਣਾ, ਗਲੀਆਂ ਨਾਲੀਆਂ ਦੀ ਰਾਜਨੀਤੀ ਕਰ ਸਕਦੇ ਹੋ, ਦਲਿਤ ਹਿੰਦੂ ਔਰ ਕਿਸਾਨਾਂ ਦੀ ਰਾਜਨੀਤੀ ਕਰ ਸਕਦੇ ਹੋ। ਅੱਜ ਉਹ ਸਮੇਂ ਨਹੀਂ ਹੈ। ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾ ਦੇ ਲਈ ਲਹੂ ਦਿੱਤਾ। ਅੱਜ ਅਸੀਂ ਉਸ ਪਾਰਟੀ ਦੀ ਧਰੋਹਰ ਕਿੱਥੇ ਲੈ ਕੇ ਜਾ ਰਹੇ ਹਾਂ, ਮੈਨੂੰ ਇਸ ਚੀਜ਼ ਦਾ ਅਫਸੋਸ ਹੈ। ਐਜ਼ ਏ ਕਾਂਗਰਸ ਵਰਕਰ ਮੈਨੂੰ ਨਿਹਾਇਤ ਅਫਸੋਸ ਇਸ ਚੀਜ਼ ਦਾ ਕਿ ਅੱਜ ਦੀ ਲੀਡਰਸ਼ਿਪ ਜਿਹੜੀ ਪਾਵਰ 'ਚ ਬੈਠੀ ਹੈ, ਮੁੱਖ ਮੰਤਰੀ ਸਾਹਿਬ ਤੁਹਾਨੂੰ ਨਿਕਲਣਾ ਪਏਗਾ, ਸਭ ਨੂੰ ਨਾਲ ਲੈਣਾ ਪਏਗਾ। ਪੰਜਾਬੀਆਂ ਦਾ ਅਗਰ ਦਿਲ ਜਿੱਤਣਾ ਜੇ ਤੇ ਪੰਜਾਬੀਆਂ ਦੀ ਸੇਵਾ ਕਰਨੀ ਪਏਗੀ। ਮੈਂ ਐਜ਼ ਏ ਵਰਕਰ ਤੁਹਾਨੂੰ ਕਹਿ ਰਿਹਾ ਕਿ ਨਿਕਲੋ, ਆਪਣੀ ਕੈਬਨਿਟ ਨੂੰ ਨਾਲ ਲਓ, ਦੂਸਰੀਆਂ ਪਾਰਟੀਆਂ ਨੂੰ ਨਾਲ ਲਵੋ, ਸੋਸ਼ਲ ਆਰਗੇਨਾਈਜੇਸ਼ਨ ਨੂੰ ਨਾਲ ਲਵੋ। ਅੱਜ ਹੈਰਾਨ ਹਾਂ ਮੈਂ ਕਿ ਆਪਣੇ ਆਪ ਜਿੱਥੇ ਸਾਡੇ ਕਾਲਜਿਸ ਕਰ ਰਹੇ ਨੇ ਆਫਰ, ਉੱਥੇ ਐਸਜੀਪੀਸੀ ਵੀ ਕਰ ਰਹੀ ਹੈ ਕੰਮ, ਕਿੰਨਾ ਅੱਛਾ ਕੰਮ ਕਰ ਰਹੀ ਹੈ ਕਿ ਆਕਸੀਜਨ ਕੰਸੈਂਟਰੇਟਰ ਲੈ ਕੇ ਉਹਨਾਂ ਨੇ 4-5 ਸੈਂਟਰ ਖੋਲ ਦਿੱਤੇ। ਅਕਾਲੀ ਦਲ ਵੀ ਕਰ ਰਿਹਾ ਹੈ, ਆਪਾਂ ਕਿਉਂ ਨਹੀਂ ਕਰਦੇ ਪਏ? ਕਰਨਾ ਚਾਹੀਦਾ, ਹਰ ਐਮਐਲਏ ਨੂੰ ਆਪਣੇ ਹਲਕੇ 'ਚ ਕਰਨਾ ਚਾਹੀਦਾ ਇੰਤਜ਼ਾਮ। ਔਰ ਮੈਂ ਸਮਝਦਾ ਕਿ ਇਹ ਸਮੇਂ ਆਪਸ 'ਚ ਲੜਨ ਦਾ ਨਹੀਂ ਹੈ। ਇਕੱਠੇ ਹੋ ਕੇ ਪੰਜਾਬ ਦੀ ਜਨਤਾ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਕੱਠੇ ਹੋਣਾ ਚਾਹੀਦਾ। ਕਿਉਂਕਿ ਕੈਪਟਨ ਸਾਹਿਬ ਨੇ ਖੁਦ ਕਿਹਾ ਤੁਹਾਡੇ ਵਿਰੋਧੀ ਤੁਹਾਡੇ ਵਿਰੋਧੀ ਇਹ ਕਹਿਣਾ ਸ਼ੁਰੂ ਹੋ ਗਏ ਨੇ ਕਿ ਅਸ਼ਵਨੀ ਸੇਖੜੀ ਨੂੰ ਪਤਾ ਲੱਗ ਚੁੱਕਾ ਕਿ ਨਾ ਤਾਂ ਉਹ ਜਿੱਤ ਸਕਦੇ ਨੇ, ਨਾ ਹੀ ਉਹਨਾਂ ਨੂੰ ਕਾਂਗਰਸ ਨੇ ਟਿਕਟ ਦੇਣੀ ਹੈ। ਇਹ ਤਾਂ ਆਪਣਾ ਬੇਸ ਤਿਆਰ ਕਰ ਰਹੇ ਨੇ ਹੁਣ ਕਿ ਮੇਰਾ ਬੇਸ ਤਿਆਰ ਹੋ ਜਾਏ ਕਿ ਦੇਖੋ ਮੈਂ ਇਹ ਕਿਹਾ ਸੀਗਾ, ਇਸ ਕਰਕੇ ਮੈਨੂੰ ਟਿਕਟ ਨਹੀਂ ਮਿਲੀ। ਐਸਾ ਹੈ ਭਾਈ ਸਾਹਿਬ, ਟਿਕਟ ਦੀ ਗੱਲ ਤਾਂ ਮੈਂ ਬਾਅਦ 'ਚ ਕਰਨਾ। ਮੈਂ ਪਹਿਲੀ ਗੱਲ ਆਪਣੀ ਪੂਰੀ ਕਰਾਂਗਾ ਕਿ ਕੈਪਟਨ ਸਾਹਿਬ ਨੇ ਖੁਦ ਕਿਹਾ ਕਿ ਥਰਡ ਫੇਜ਼ ਇਸ ਤੋਂ ਵੀ ਭਿਆਨਕ ਹੋ ਸਕਦਾ ਹੈ। ਕਿਸੇ ਨੂੰ ਨਹੀਂ ਪਤਾ ਕੀ ਹੋਣਾ। ਸਪਟੰਬਰ ਅਕਤੂਬਰ ਤੋਂ ਬਾਅਦ ਉਹ ਫੇਜ਼ ਸ਼ੁਰੂ ਹੋਏਗਾ। ਅਜੇ ਬੱਚਿਆਂ ਨੂੰ, ਸਾਡਿਆਂ ਨੂੰ ਇੰਜੈਕਸ਼ਨ ਨਹੀਂ ਲੱਗੇ, ਸਾਡੇ ਨੌਜਵਾਨ ਬੱਚਿਆਂ ਨੂੰ ਇੰਜੈਕਸ਼ਨ ਨਹੀਂ ਲੱਗੇ। ਸਿਰਫ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੂਰੇ ਨਹੀਂ ਲੱਗੇ, ਅਜੇ ਅੱਧੇ ਪਚੱਧੇ ਲੱਗੇ ਨੇ। ਅਜੇ ਸਾਰਾ ਪੰਜਾਬ ਬਿਲਕੁਲ ਓਪਨ ਟੂ ਦੀ ਫਾਈਟ ਆਫ ਕਰੋਨਾ ਹੈਗਾ, ਅਜੇ ਉਹ ਲੜ ਲਈਏ। ਬਾਕੀ ਜਿਹੜੇ ਮੇਰੇ ਵਿਰੋਧੀ ਨੇ, ਮੇਰੇ ਭਰਾ ਨੇ, ਉਹਨਾਂ ਨੂੰ ਕਹਿਣ ਦਾ ਹੱਕ ਹੈ। ਮਹਾਤਮਾ ਗਾਂਧੀ ਕਹਿੰਦੇ ਸੀ, ਫਸਟ ਦੇ ਲਾਫ ਐਟ ਯੂ, ਯੂ ਨੋ, then they fight you and then they follow you। ਪਹਿਲਾਂ ਲੋਕਾਂ ਨੇ ਮੇਰੇ ਤੇ ਹੱਸਣਾ, ਮਜ਼ਾਕ ਕਰਨਾ ਹੈ ਕਿ ਅਸ਼ਵਨੀ ਸੇਖੜੀ ਆਪਣੀ ਪਾਰਟੀ ਦੇ ਲੀਡਰ ਨੂੰ, ਮੈਂ ਸੁੱਤੇ ਹੋਏ ਲੀਡਰਾਂ ਨੂੰ ਜਗਾ ਰਿਹਾ। ਕਿਉਂ ਜਗਾ ਰਿਹਾ? ਪੰਜਾਬ ਦੀ ਜਨਤਾ ਦੇ ਲਈ, ਜਿਨ੍ਹਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਨੇ ਸਰਕਾਰ ਬਣਾਈ, ਜਿਹੜੇ ਬੋਲਣ ਵਾਲੇ ਬੰਦੇ ਨੇ, ਗਲੀਆਂ ਨਾਲੀਆਂ ਦਾ ਉਦਘਾਟਨ ਕਰਨ ਵਾਲੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਵੇਲੇ ਵਾਹ ਨਹੀਂ ਖੱਟਣੀ, ਸੇਵਾ ਕਰਨੀ ਚਾਹੀਦੀ ਹੈ। ਇਸ ਵੇਲੇ ਲੋਕ, ਕਿਸੇ ਜਨ ਨੂੰ ਪੁੱਛ ਲਓ ਪੰਜਾਬ 'ਚ, ਕਿਸੇ ਰਿਕਸ਼ਾ ਵਾਲੇ ਨੂੰ, ਕਿਸੇ ਰੇਹੜੀ ਵਾਲੇ ਨੂੰ, ਕਿਸੇ ਦੁਕਾਨਦਾਰ ਨੂੰ ਪੁੱਛ ਲਓ, ਲੋਕ ਕਹਿੰਦੇ ਪਤਾ ਨਹੀਂ ਕੀ ਹੋਣਾ ਜੀ, ਘਬਰਾਹਟ ਪਈ। ਸੇਖੜੀ ਸਾਹਿਬ,
ਔਰ ਬਜਾਏ ਲੋਕਾਂ ਨੂੰ ਕੌਨਫੀਡੈਂਸ ਲੈ ਕੇ ਮੈਂ ਸਮਝ ਗਿਆ ਤੁਹਾਡੀ ਫੌਜ ਤਿਆਰ ਹੈ ਸੈਕਟਰੀ ਸਾਹਿਬ ਇੱਕ ਗੱਲ ਸਮਝਾਓ ਸਾਰੇ ਪਾਰਟੀਆਂ ਇੱਕ ਗੱਲ ਸਮਝਾਓ ਜਿਹੜਾ ਵਿਧਾਇਕ ਹੁੰਦਾ ਸੱਤਾਧਾਰੀ ਧਿਰ ਦਾ ਵਿਧਾਇਕ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਇਲਾਕੇ ਦਾ ਪੂਰਾ ਧਿਆਨ ਰੱਖੇ ਔਰ ਰੱਖਿਆ ਵੀ ਜਾਂਦਾ ਇੱਥੇ ਤਾਂ ਦੋ ਮੰਤਰੀ ਨੇ ਤੁਹਾਡੇ ਇਲਾਕੇ ਦੇ ਤ੍ਰਿਪਤ ਰਜਿੰਦਰ ਬਾਜਵਾ ਸੁਖਜਿੰਦਰ ਰੰਧਾਵਾ ਦੋ ਮੰਤਰੀ ਹੋਣ ਦੇ ਬਾਵਜੂਦ ਤੁਹਾਡੇ ਇਲਾਕਿਆਂ ਦਾ ਇਹ ਹਾਲ ਹੈ ਜਿਹੜਾ ਤੁਸੀਂ ਦੱਸਿਆ ਕਿ 8 ਬਿਸਤਰੇ ਵੀ ਨਹੀਂ ਨੇ ਫਿਰ ਇਹ ਗੱਲ ਕਿਵੇਂ ਹੁੰਦੀ ਹੈ ਮਤਲਬ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਉਹਨਾਂ ਕੋਲੋਂ ਲੋਕ ਨਹੀਂ ਪੁੱਛਣਗੇ ਤੁਹਾਡੇ ਕੋਲੋਂ ਲੋਕ ਸਵਾਲ ਕਰ ਰਹੇ ਨੇ ਤ੍ਰਿਪਤ ਬਾਜਵਾ ਦਾ ਤਾਂ ਮੈਂ ਦੇਖਣਾ ਪਿਆ ਗਲੀ ਦਾ ਉਦਘਾਟਨ ਕਰਨ ਜਾ ਰਿਹਾ ਤੇ ਆਕਸੀਜਨ ਕੰਸਨਟਰੇਟਰ ਨਹੀਂ ਦੇ ਸਕੇ ਹੁਣ ਤੱਕ ਜੇ ਇਹਨਾਂ ਕੋਲ ਇਹਨੇ ਫੰਡਸ ਨੇ ਤੇ ਲੋਕਾਂ ਦੀ ਸਿਹਤ ਦਾ ਇੰਤਜ਼ਾਮ ਤੇ ਕਰ ਲੈਣ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਵਾ ਉਹਨਾਂ ਦਾ ਇੰਤਜ਼ਾਮ ਤੇ ਦੇਖਣ ਮੈਂ ਤੇ ਤੁਹਾਨੂੰ ਇਹ ਦੱਸਦਾ ਹਾਂ ਕਿ ਮੈਂ ਜਦੋਂ ਇੰਜੈਕਸ਼ਨ ਲਗਾਇਆ ਸੈਕੰਡ ਇੰਜੈਕਸ਼ਨ ਲਗਵਾਇਆ ਜੀ ਮੈਂ ਬਾਈ ਚਾਂਸ ਅੰਮ੍ਰਿਤਸਰ ਆ ਰਿਹਾ ਸੀਗਾ ਮੈਂ ਇੱਥੇ ਚਲਾ ਗਿਆ ਰਣਜੀਤ ਐਵਨਿਊ ਜਿਹੜਾ ਸਰਕਾਰੀ ਇੰਜੈਕਸ਼ਨ ਲਗਾਉਣ ਵਾਲਾ ਸੈਂਟਰ ਹੈਗਾ ਮੇਰੀ ਵਾਈਫ ਵੀ ਨਾਲ ਸੀ ਮੇਰੇ ਬੱਚੇ ਨਾਲ ਸੀਗੇ ਚਲੋ ਜਦੋਂ ਵਾਰੀ ਆਈ ਉਹਨਾਂ ਨੇ ਲਗਾ ਦਿੱਤਾ ਮੈਂ ਡਾਕਟਰ ਸਾਹਿਬ ਦਾ ਥੈਂਕਸ ਕੀਤਾ ਉੱਥੇ 25-30 ਲੋਕ ਹੋਰ ਵੀ ਸਨ ਤੇ ਬਾਹਰ 100 ਬੰਦਾ ਹੋਰ ਸੀਗਾ ਜਿਹੜਾ ਇੰਜੈਕਸ਼ਨ ਲਗਵਾਉਣ ਦੀ ਵੇਟ ਕਰ ਰਿਹਾ ਸੀ ਤੇ ਮੈਂ ਕਿਹਾ ਡਾਕਟਰ ਸਾਹਿਬ ਇਹ ਸਭ ਦੇ ਅੱਜ ਕਿੰਨੇ ਵਜੇ ਤੱਕ ਲੱਗ ਜਾਣਗੇ ਕਿ ਰਸ਼ ਜਿਹਾ ਘਟਾਉਣਾ ਚਾਹੀਦਾ ਕਿਤੇ ਸੈਕਟਰੀ ਸਾਹਿਬ ਮੈਂ ਤੇ ਤੁਹਾਨੂੰ ਲਗਾ ਦਿੱਤੇ ਲਾਸਟ ਹੀ ਮੇਰੇ ਕੋ ਸਿਰਿੰਜ ਤੇ ਇੰਜੈਕਸ਼ਨ ਲਾਉਣ ਵਾਲਾ ਸੀਗਾ ਮੇਰੇ ਕੋ ਟੀਕੇ ਦੇ 8-10 ਰੁਪਏ ਨੇ ਬਟ ਮੇਰੇ ਕੋ ਸਿਰਿੰਜਾਂ ਨਹੀਂ ਆ ਗਈਆਂ ਤੇ ਮੈਂ ਖੁਦ ਜਾ ਕੇ 500 ਖਰੀਦ ਕੇ ਉੱਥੇ ਦੇ ਕੇ ਆਇਆ ਇਹ ਹਾਲਾਤ ਨੇ ਮੈਂ ਕੋਈ ਕ੍ਰੈਡਿਟ ਨਹੀਂ ਲੈ ਰਿਹਾ ਮੈਂ ਹਾਲਾਤ ਦੱਸ ਰਿਹਾ ਵਾਂ ਕਿ ਕੀ ਹਾਲਾਤ ਨੇ ਲੋਕ ਲਵਾਉਣਾ ਚਾਹੁੰਦੇ ਹਰਪ੍ਰੀਤ ਜੀ ਤੁਸੀਂ ਕੀ ਗੱਲ ਕਰਦੇ ਹੋ ਦੇਖੋ ਅੱਜ ਪੰਜਾਬ ਦੇ ਵਿੱਚ ਕਿੰਨੇ % ਜਿਹੜਾ ਵਾ ਟੈਸਟ ਕੀਤਾ ਜਾ ਰਿਹਾ ਪਿੰਡਾਂ 'ਚ ਬੁਰੇ ਹਾਲ ਹੈ ਬਿਮਾਰੀ ਨੂੰ ਤੁਸੀਂ ਸਟੱਡੀ ਕਰੋ ਇੰਟਰਨੈਟ ਤੇ ਜਾਂ ਤੁਸੀਂ ਟੀਵੀ ਤੇ ਵੀ ਦੇਖਦੇ ਹੋ ਅੱਜ ਦੇ ਸਿੰਪਟਮ ਹੀ ਕੋਈ ਨਜ਼ਰ ਨਹੀਂ ਆਉਂਦੇ ਬੰਦਾ ਚੰਗਾ ਭਲਾ ਸਾਹਮਣੇ ਤੁਹਾਡੇ ਤੇ ਬੈਠਾ ਹੁੰਦਾ ਉਹਨੂੰ ਕਰੋਨਾ ਹੋਇਆ ਹੁੰਦਾ ਨਾ ਉਹਨੂੰ ਬੁਖਾਰ ਚੜਿਆ ਹੁੰਦਾ ਨਾ ਉਹਨੂੰ ਜ਼ੁਕਾਮ ਹੋਇਆ ਹੁੰਦਾ ਨਾ ਉਹਨੂੰ ਖਾਂਸੀ ਆਈ ਹੁੰਦੀ ਪਰ ਕਰੋਨਾ ਪੋਜ਼ਿਟਿਵ ਹੁੰਦਾ ਜੇ ਸਰਕਾਰ ਟੈਸਟ ਕਰਾਵੇ ਤੇ ਪਤਾ ਚੱਲੇਗਾ ਕਿੰਨੇ ਲੋਕ ਇੱਥੇ ਬਿਮਾਰ ਨੇ ਤੁਹਾਡੇ ਮੰਤਰੀ ਤਾਂ ਬਿਮਾਰੀ ਕਿਸ ਤਰ੍ਹਾਂ ਫੈਲਦੀ ਹੈ ਤੁਹਾਡੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤਾਂ ਇਹ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਕਿਸਾਨਾਂ ਕਰਕੇ ਕਰੋਨਾ ਵਧਿਆ ਕਿਸਾਨੀ ਅੰਦੋਲਨ ਕਰਕੇ ਵਧਿਆ ਤੁਸੀਂ ਕਹਿ ਰਹੇ ਹੋ ਕਿ ਇੰਤਜ਼ਾਮ ਨਹੀਂ ਹੈ ਉਹ ਕਹਿੰਦੇ ਇੰਤਜ਼ਾਮ ਕੀ ਕਰੀਏ ਇਹ ਕਿਸਾਨ ਆ ਕੇ ਕਰੋਨਾ ਫੈਲਾਈ ਜਾਂਦੇ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਨਿਹਾਇਤ ਘਟੀਆ ਬੰਦਾ ਜਿਹੜਾ ਕਿਸਾਨਾਂ ਨੂੰ ਜਿਹੜਾ ਵਾ ਕੰਡੈਮ ਕਰਦਾ ਅਸੀਂ ਸਾਰੇ ਕਿਸਾਨਾਂ ਦੇ ਨਾਲ ਬਹਾਦਰੀ ਹੈ ਕਿਸਾਨਾਂ ਦੀ ਸਾਹਮਣੇ ਸਮਝ ਲਓ ਮੌਤ ਨਜ਼ਰ ਆ ਰਹੀ ਆ ਗੋਲੀ ਚੱਲ ਰਹੀ ਆ ਕਰੋਨਾ ਹੈ ਪਰ ਆਪਣੇ ਇਸ਼ੂ ਦੇ ਲਈ ਇਕੱਠੇ ਹੋ ਕੇ ਬਾਰਡਰ ਤੇ ਬੈਠੇ ਲੜ ਰਹੇ ਨੇ ਤੇ ਇਹ ਕੁਰਸੀਆਂ ਤੇ ਬਹਿ ਕੇ ਗੱਲਾਂ ਕਰ ਰਹੇ ਪਤਾ ਚੱਲ ਜੂ ਅਗਲੇ ਸਾਲ ਜਦੋਂ ਚੁਣਾਵ ਆਣੇ ਆ ਕਿਸਾਨਾਂ ਨੇ ਪਿੰਡਾਂ 'ਚ ਵੜਨ ਨਹੀਂ ਦੇਣਾ ਇਹਨਾਂ ਨੂੰ ਜੋ ਇਹਨਾਂ ਦੇ ਹਾਲਾਤ ਨੇ ਬਜਾਏ ਸਿੰਪਥੀ ਕਰੋ ਤੁਸੀਂ ਜਾਓ ਨਾ ਕਿਸਾਨਾਂ ਦੇ ਨਾਲ ਬੈਠੋ ਤੁਸੀਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਜੇ ਆਪਣਿਆਂ ਨੂੰ ਕਿਸਾਨਾਂ ਦੇ ਲੀਡਰ ਕਹਿੰਦੇ ਜੇ ਜਾ ਕੇ ਬੈਠੋ ਉਹਨਾਂ ਦੇ ਨਾਲ ਕਿਉਂ ਨਹੀਂ ਜਾਂਦੇ ਵਾਟ ਇਜ਼ ਦ ਪ੍ਰੋਬਲਮ ਬਿਲਕੁਲ ਮੈਂ ਸਮਝਦਾ ਪਿਆ ਕਿ ਇਸ ਵੇਲੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਠੀਕ ਹੈ ਇੱਕ ਗੱਲ ਹੋਰ ਬਿਲਕੁਲ ਸੈਕਟਰੀ ਸਾਹਿਬ ਤੁਹਾਡੀ ਆ ਰਹੀ ਆਵਾਜ਼ ਸੈਕਟਰੀ ਸਾਹਿਬ ਇੱਕ ਸਵਾਲ ਮੇਰਾ ਹੈਗਾ ਜਦੋਂ ਵੀ ਗਾਈਡਲਾਈਨਸ ਦਿੱਤੇ ਜਾਂਦੀਆਂ ਨੇ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਬੜੇ ਸਾਰੇ ਲੋਕ ਕਿੰਤੂ ਪਰੰਤੂ ਕਰਦੇ ਨੇ ਕਿ ਉਹ ਹਦਾਇਤਾਂ ਸਾਰਿਆਂ ਲਈ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਮੰਤਰੀਆਂ ਤੁਹਾਡੇ ਵਿਧਾਇਕਾਂ ਲਈ ਹਦਾਇਤਾਂ ਹੋਰ ਆਮ ਜਨਤਾ ਲਈ ਹਦਾਇਤਾਂ ਹੋਰ ਅੱਜ ਹੀ ਇੱਕ ਤੁਹਾਨੂੰ ਖਬਰ ਪਤਾ ਨਹੀਂ ਦੇਖੀ ਹੋਣੀ ਕਿ ਨਹੀਂ ਸਾਧੂ ਸਿੰਘ ਧਰਮਸੋਤ ਸਾਹਿਬ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਤੇ 50 ਤੋਂ ਵੱਧ ਲੋਕ ਉੱਥੇ ਬੈਠੇ ਨੇ ਔਰ ਉਹ ਹੱਸ ਕੇ ਕਹਿ ਰਹੇ ਨੇ ਕਿ ਕੋਈ ਨਹੀਂ ਖੁਸ਼ੀ ਦਾ ਇੱਕ ਪ੍ਰੋਗਰਾਮ ਹੈ ਜੇ 10 ਤੋਂ ਵੱਧ ਬੰਦੇ ਇਕੱਠੇ ਹੋ ਗਏ ਤਾਂ ਕੀ ਹੋ ਗਿਆ ਇਸ ਕਰਕੇ ਲੋਕ ਇਤਰਾਜ਼ ਜਤਾਉਂਦੇ ਨੇ ਤੁਹਾਡੇ ਮੰਤਰੀ ਉਦਘਾਟਨ ਕਰਨ ਜਾਂਦੇ ਨੇ ਤੁਹਾਡੇ ਮੰਤਰੀ ਵਿਧਾਇਕ ਮੀਟਿੰਗਾਂ ਕਰੀ ਜਾਂਦੇ ਨੇ ਤੇ ਆਮ ਲੋਕਾਂ ਨੂੰ ਕਹਿੰਦੇ ਤਾਂ 10 ਤੋਂ ਵੱਧ ਨਹੀਂ ਹੋਣੇ ਚਾਹੀਦੇ ਇਹ ਹਦਾਇਤਾਂ ਸਾਰਿਆਂ ਲਈ ਨਹੀਂ ਹੋਣੀ ਚਾਹੀਦੀਆਂ ਭਾਵੇਂ ਉਹ ਅਸ਼ਵਨੀ ਸੈਕਟਰੀ ਹੋਵੇ ਤ੍ਰਿਪਤ ਰਜਿੰਦਰ ਬਾਜਵਾ ਹੋਵੇ ਜਾਂ ਕੋਈ ਹੋਰ ਮੰਤਰੀ ਹੋਵੇ ਇਸੇ ਲਈ ਤਾਂ ਮੈਂ ਕਿਹਾ ਕਿ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏਆਂ ਨੂੰ ਇਹਨਾਂ ਅਫਸਰਾਂ ਨੂੰ ਲਗਾਮ ਪਾ ਲਈ ਕੈਪਟਨ ਸਾਹਿਬ ਨੂੰ ਖੁਦ ਮੈਦਾਨ 'ਚ ਆਉਣਾ ਪੈਣਾ ਉਹ ਆਪਣੇ ਘਰੋਂ ਆਉਣ ਆ ਕੇ ਜਦੋਂ ਖੁਦ ਉਹਨਾਂ ਨੇ ਸਿੱਧਾ ਕੀਤਾ ਨਾ ਸਾਰੇ ਬੰਦਿਆਂ ਵਗਰ ਕੰਮ ਕਰਨਗੇ ਫਿਰ ਉਦਘਾਟਨ ਨਹੀਂ ਕਰਨਗੇ ਫਿਰ ਕਰੋਨਾ 'ਚ ਸੇਵਾ ਕਰਨਗੇ ਕੱਲਾ ਬਲਬੀਰ ਸਿੱਧੂ ਵਿਚਾਰਾ ਕੁਝ ਨਹੀਂ ਕਰ ਸਕਦਾ ਉਹ ਲੱਗਾ ਹੈ ਸੋਨੀ ਸਾਹਿਬ ਵੀ ਜਿੰਨੀ ਡਿਊਟੀ ਲੱਗੇ ਨੇ ਪਰ ਇਹ ਦੋ ਬੰਦਿਆਂ ਦਾ ਕੰਮ ਨਹੀਂਗਾ ਸਾਰੀ ਲੀਡਰਸ਼ਿਪ ਨੂੰ ਇਕੱਠੇ ਹੋਣਾ ਪੈਣਾ ਔਰ ਸਾਰੀ ਲੀਡਰਸ਼ਿਪ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨਾ ਪੈਣਾ ਕੈਪਟਨ ਸਾਹਿਬ ਨੇ ਕਿਹਾ ਤਾਂ ਮਿਸ਼ਨ ਫਤਿਹ ਘਰ ਬਹਿ ਕੇ ਤੇ ਜਿੱਤੀ ਨਹੀਂ ਜਾ ਸਕਦੀ ਲੜਨਾ ਪਏਗਾ ਵੀ ਹੈਵ ਟੂ ਫਾਈਟ ਔਰ ਸਾਹਮਣੇ ਆ ਕੇ ਲੜਨਾ ਪਏਗਾ ਸੈਕਟਰੀ ਸਾਹਿਬ ਇੱਕ ਗੱਲ ਹੋਰ ਆਪ ਮੁਹਾਰੇ ਬੜੀਆਂ ਸਾਰੀਆਂ ਸੰਸਥਾਵਾਂ ਆ ਕੇ ਕੰਮ ਸੰਭਾਲੀਆਂ ਹੋਈਆਂ ਨੇ
ਖਾਲਸਾ ਏਡ ਹੈ, SGPC ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਅਕਾਲੀ ਦਲ ਦੀ ਵੀ ਤੁਸੀਂ ਗੱਲ ਕੀਤੀ ਹੈ, ਜੇ ਉਹਨਾਂ ਨੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕੰਸਨਟਰੇਟ ਮਿਲ ਸਕਦੇ ਨੇ, ਉਹ ਲੋਕਾਂ ਦੇ ਵਿੱਚ ਵੰਡ ਸਕਦੇ ਨੇ, ਜੇ ਉਹਨਾਂ ਨੂੰ ਉਹ ਵੈਕਸੀਨ ਦਾ ਇੰਤਜ਼ਾਮ 56 ਲੱਖ ਰੁਪਈਆ ਦੇ ਕੇ ਵੈਕਸੀਨ ਮੰਗਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤਾਂ ਕੀ ਸਾਡੀ ਪੰਜਾਬ ਸਰਕਾਰ ਨਹੀਂ ਮੰਗਾ ਸਕਦੀ ਵੈਕਸੀਨ? ਕੀ ਪੰਜਾਬ ਸਰਕਾਰ ਪੈਸਾ ਖਰਚ ਕੇ ਬਾਹਰੋਂ ਸਿੱਧੀ ਵੈਕਸੀਨ ਨਹੀਂ ਮੰਗਾ ਸਕਦੀ? ਅੱਜ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਹੈ ਕਿ ਵੈਕਸੀਨ ਹੀ ਨਹੀਂ ਹੈਗੀ। ਮੈਂ ਹਰਪ੍ਰੀਤ ਜੀ ਸਮਝਦਾ ਹੈ ਕਿ ਸਰਕਾਰ ਨੇ ਜਿਹੜਾ ਟੀਵੀ ਤੇ ਬਿਆਨ ਸੁਣਿਆ ਸੀਗਾ, ਅਖਬਾਰਾਂ 'ਚ ਵੀ ਦੇਖਿਆ ਕਿ ਵੈਕਸੀਨ ਦੀ ਨਾ ਕਰਤੀ ਜੌਨਸਨ ਵਾਲੇ ਨੇ ਜਾਂ ਦੂਸਰੇ ਤੀਸਰਿਆਂ ਨੇ ਪੰਜਾਬ ਸਰਕਾਰ ਨੂੰ, ਮੇਰੀ ਤਾਂ ਸਮਝ ਤੋਂ ਬਾਹਰ ਹੈ। ਅਗਰ SGPC ਜਾਂ ਸੁਖਬੀਰ ਹੋਣੀ ਖਰੀਦ ਕੇ ਲਿਆ ਸਕਦੇ ਨੇ ਵੈਕਸੀਨ ਤੇ ਇਹਨਾਂ ਨੂੰ ਨਹੀਂ ਮਿਲਦੀ, ਇਹਨਾਂ ਦੇ ਅਫਸਰਾਂ ਨੂੰ ਨਹੀਂ ਮਿਲਦੀ, ਤੇ ਇਹਨਾਂ ਨੂੰ ਸੁਖਬੀਰ ਹੋਣਾ ਨੂੰ ਪੁੱਛ ਲੈਣ ਜਾਂ SGPC ਦੇ ਪ੍ਰਧਾਨ ਨੂੰ ਪੁੱਛ ਲੈਣ ਕਿੱਥੋਂ ਲੈ ਕੇ ਆਏ ਨੇ। ਵੀ ਆਪਣੇ ਗਵਾਂਢੀ ਨੂੰ ਪੁੱਛੀ ਤਾਂ ਨਹੀਂ ਵੀ ਤੂੰ ਆਪਣਾ ਸੋਫਾ ਕਿੱਥੋਂ ਲੈ ਕੇ ਆਇਆ, ਅਸੀਂ ਵੀ ਉੱਥੋਂ ਲੈ ਆਈਏ। ਤੇ ਆਪਣਾ ਫੋਨ, ਜਿਸ ਫੋਨ ਹੋਵੇ ਸਿੱਧਾ ਫੋਨ ਕਰਨ, ਪਤਾ ਕਰਨ ਵੀ ਤੁਸੀਂ ਕਿੱਦਾਂ ਲੈ ਆਏ ਹੋ। ਜਿਸ ਤਰ੍ਹਾਂ ਉਹ ਲੈ ਆਏ ਨੇ, ਉਹ ਵੀ ਲੈ ਆਏ, ਸਰਕਾਰ ਦਾ ਪੈਸਾ, ਉਹ ਤੇ ਆਪਣਾ ਪੈਸਾ ਖਰਚ ਰਹੇ ਨੇ। ਸਰਕਾਰ ਨੇ ਸਾਡੇ ਟੈਕਸ ਦਾ ਪੈਸਾ ਦੇਣਾ, ਅਸੀਂ ਟੈਕਸ ਦਿੱਤਾ ਹੈ, ਜਨਤਾ ਨੇ ਟੈਕਸ ਦਿੱਤਾ ਹੈ, ਉਹ ਪੈਸਾ ਖਰਚਣ ਤੇ ਲਿਆ ਕੇ ਵੈਕਸੀਨ ਸਾਰੇ ਪੰਜਾਬ 'ਚ ਵੈਕਸੀਨ ਕਰ ਦੇਣ ਬਿਫੋਰ ਦੀ ਥਰਡ ਵੇਵ ਕਮਸ। ਬਿਲਕੁਲ ਠੀਕ। ਸਾਡੇ ਛੋਟੇ ਛੋਟੇ ਨਿਆਣੇ ਨੇ, ਸਾਡੇ ਬੱਚੇ ਨੇ, ਸਾਡੇ ਮਾਂ-ਬਾਪ ਨੇ, ਸਾਡੇ ਜਵਾਨ ਪੁੱਤਰ ਨੇ, ਧੀਆਂ ਨੇ, ਬਿਨਾਂ ਇੰਜੈਕਸ਼ਨ ਤੋਂ ਰਹਿਣਗੀਆਂ ਕਿਆ? ਮੋਦੀ ਸਾਹਿਬ ਨੇ ਤੇ ਉੱਥੇ UP 'ਚ ਭੇਜ ਦਿੱਤੇ ਇੰਜੈਕਸ਼ਨ, ਕੇ ਗੰਗਾ ਭਰ ਗਈ ਹੈ ਲਾਸ਼ਾਂ ਦੇ ਨਾਲ। ਇੱਥੋਂ ਜੇ ਪ੍ਰਾਇਰਟੀ ਲਾਤੀ UP ਦੀ, ਸਾਡੀ ਪ੍ਰਾਇਰਟੀ ਤੇ ਕੈਪਟਨ ਸਾਹਿਬ ਤੁਸੀਂ ਤੇ ਤੁਹਾਡੀ ਸਰਕਾਰ ਦੇ ਮੰਤਰੀਆਂ ਨੇ ਲਾਣੀ ਆ। ਮੈਂ ਹੱਥ ਜੋੜ ਕੇ ਕਾਂਗਰਸ ਦਾ ਵਰਕਰ ਹੋਣ ਨਾਤੇ ਆਪਣੇ ਮੁੱਖ ਮੰਤਰੀ ਨੂੰ ਬੇਨਤੀ ਕਰ ਰਿਹਾ ਕਿ ਮੰਤਰੀਆਂ ਦੀ ਪ੍ਰਾਇਰਟੀ ਬਦਲੋ। ਅੱਜ ਗਲੀਆਂ ਨਾਲੀਆਂ ਦੀ ਕੋਈ ਪ੍ਰਾਇਰਟੀ ਨਹੀਂ ਹੈ, ਅੱਜ ਪ੍ਰਾਇਰਟੀ ਕੋਵਿਡ ਨਾਲ ਲੜਨ ਦੀ ਹੈ, ਜਨਤਾ ਨੂੰ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਹੈ, ਜ਼ਖਮਾਂ ਤੇ ਮਰਮ ਲਾਉਣ ਦੀ ਹੈ ਜ਼ਰੂਰਤ, ਨਾ ਕਿ ਜ਼ਖਮਾਂ ਦੇ ਉੱਤੇ ਨਮਕ ਛੇੜਨ ਦੀ। ਸੈਕਟਰੀ ਸਾਹਿਬ ਬਿਆਨ ਨਾ ਦੇਣ, ਕੱਲ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਪ੍ਰੈਸ ਕਾਨਫਰੰਸ ਵਿੱਚ ਵੀ ਤੁਸੀਂ ਬੜਾ ਕੁਝ ਕਿਹਾ। ਤੁਹਾਨੂੰ ਲੱਗਦਾ ਨਹੀਂ ਹੈ ਕਿ ਅਗਲਾ ਨੰਬਰ ਤੁਹਾਡਾ ਵੀ ਲੱਗ ਸਕਦਾ, ਪਾਰਟੀ ਵੱਲੋਂ ਕੋਈ ਕਾਰਵਾਈ ਵੀ ਤੁਹਾਡੇ ਖਿਲਾਫ ਕੀਤੀ ਜਾ ਸਕਦੀ ਹੈ? ਆਪਣੀ ਹੀ ਪਾਰਟੀ ਦੇ ਖਿਲਾਫ ਤੁਸੀਂ ਪ੍ਰੈਸ 'ਚ ਜਾ ਕੇ ਬਿਆਨਬਾਜ਼ੀਆਂ ਕਰ ਰਹੇ ਹੋ, ਤਾਂ ਤੁਸੀਂ ਫਿਰ ਤਿਆਰ ਰਹੋ, ਤੁਹਾਡੇ ਤੇ ਕਾਰਵਾਈ ਹੋ ਸਕਦੀ ਕਿਸੇ ਵੇਲੇ ਵੀ। ਦੇਖੋ ਹਰਪ੍ਰੀਤ ਜੀ, ਜਦੋਂ ਮੈਂ 19 ਸਾਲ ਦਾ ਸੀ, ਪੰਜਾਬ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਬਣ ਗਿਆ ਸੀ। ਮੈਂ 25 ਸਾਲ 1.5 ਮਹੀਨੇ ਦਾ ਮੈਂ MLA ਬਣ ਗਿਆ ਸੀ। ਇੰਨੀ ਦੇਰ ਮੈਂ MLA ਮਿਨਿਸਟਰ ਲੋਕਾਂ ਦੀ ਸੇਵਾ 'ਚ ਰਿਹਾ। ਹੁਣ 62 ਸਾਲ ਮੇਰੀ ਉਮਰ ਹੋ ਗਈ ਹੈ। ਮੈਂ ਸਮਝਦਾ ਕਿ ਕਿਸੇ ਵੀ ਰਾਜਨੇਤਾ ਦੀ ਜਿਹਨੇ ਲੋਕਾਂ ਕੋਲ ਝੋਲੀ ਫੜ ਕੇ ਵੋਟ ਲੀਤੀ ਹੋਵੇ, ਉਹਦੀ ਜ਼ਿੰਮੇਵਾਰੀ ਲੋਕਾਂ ਵੱਲ ਨੰਬਰ 1 ਹੁੰਦੀ ਹੈ। ਮੈਨੂੰ ਇਹ ਲੋਕ ਟਿਕਟ ਦੇਣ ਨਾ ਦੇਣ, ਇਹ ਮੈਨੂੰ ਪਾਰਟੀ 'ਚ ਅੱਗੇ ਲਿਆਉਣ ਨਾ ਲਿਆਉਣ, ਮੈਂ MLA ਬਣਾ ਜਾਂ ਨਾ ਬਣਾ, ਇਟ ਡਜ਼ ਨੋਟ ਮੇਕ ਅ ਡਿਫਰੈਂਸ ਐਟ ਆਲ। ਡਿਫਰੈਂਸ ਮੇਕਸ ਕਿ ਅੱਜ ਜੇ ਲੋਕ ਤੜਪ ਤੜਪ ਕੇ ਮਰ ਰਹੇ ਨੇ, ਅਸ਼ਵਨੀ ਸੈਕਟਰੀ ਦਾ ਧਰਮ ਦਾ ਫਰਜ਼ ਇਹ ਆ ਕਿ ਉਹਨਾਂ ਦੀ ਆਵਾਜ਼ ਜਿਹੜੀ ਆ ਸੁੱਤੇ ਹੋਏ ਲੋਕਾਂ 'ਚ ਬਹਿਰੇ ਕੰਨਾਂ ਤੱਕ ਪਹੁੰਚਾਵੇ, ਔਰ ਮੈਂ ਚੀਰ ਫਾੜ ਕੇ ਪਹੁੰਚਾਵਾਂਗਾ ਜਿੱਥੋਂ ਤੱਕ ਮੇਰਾ ਜ਼ੋਰ ਲੱਗੇਗਾ, ਆਵਾਜ਼ ਪਹੁੰਚਾਵਾਂਗਾ ਕਿ ਲੋਕ ਬਿਨਾਂ ਇਲਾਜ ਤੋਂ ਤੜਪ ਤੜਪ ਕੇ ਮਰ ਰਹੇ ਨੇ, ਉਹਨਾਂ ਦੇ ਇੰਤਜ਼ਾਮ ਪੂਰੇ ਨਹੀਂ ਹੈ, ਔਰ ਇੰਤਜ਼ਾਮ ਪੂਰੇ ਕਰਨੇ ਪੈਣਗੇ ਸਰਕਾਰ ਨੂੰ। ਇਹੋ ਜਿਹੀਆਂ ਸਰਕਾਰਾਂ ਨੂੰ ਜੇ ਮੌਕਾ ਮਿਲਿਆ, ਠੀਕ ਹੈ, ਬਿਲਕੁਲ ਇਸ ਕ੍ਰਾਈਸਿਸ 'ਚ ਕਾਂਗਰਸ ਪਾਰਟੀ ਨੂੰ ਅੱਗੇ ਵੀ ਲਿਜਾ ਸਕਦੇ ਨੇ। ਤੇ ਜੇ ਇਲਾਜ ਨਾ ਕਰਾਇਆ, ਜੇ ਇੰਤਜ਼ਾਮ ਨਾ ਕਰਾਇਆ, ਤੇ ਕਾਂਗਰਸ ਪਾਰਟੀ ਨੂੰ ਡੋਬ ਵੀ ਸਕਦੇ ਨੇ। ਜਵਾਬਦੇਹੀ ਬੜੀ ਵੱਡੀ ਹੈ। 42 ਸਾਲ ਸੈਕਟਰੀ ਸਾਹਿਬ, 42 ਸਾਲ ਹੋ ਗਏ ਤੁਹਾਨੂੰ ਪਾਰਟੀ ਦੇ ਨਾਲ ਜੁੜਿਆ ਹੋਇਆ, 42 ਸਾਲ ਹੋ ਗਏ ਪਾਰਟੀ ਦੀ ਸੇਵਾ ਕਰਦਿਆਂ। ਮੈਨੂੰ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ 42 ਸਾਲ ਇੱਕ ਪਾਰਟੀ ਲਈ ਕੰਮ ਕਰਨ ਵਾਲੇ ਬੰਦੇ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ CM ਸਾਹਿਬ ਤੱਕ ਆਵਾਜ਼ ਪਹੁੰਚਾਉਣੀ ਪੈ ਰਹੀ ਹੈ, ਤਾਂ ਫਿਰ ਹੇਠਲੇ ਦਰਜੇ ਦੇ ਤੁਹਾਡੇ ਵਰਕਰਾਂ ਦਾ ਕੀ ਹਾਲ ਹੁੰਦਾ ਹੋਏਗਾ ਜਿਨ੍ਹਾਂ ਨੂੰ 5-5 7-7 ਸਾਲ ਹੋਏ ਨੇ। 42 ਸਾਲ ਤੁਸੀਂ ਪਾਰਟੀ 'ਚ ਰਹੇ ਹੋ, ਤਾਂ ਵੀ ਮਜਬੂਰ ਹੋ ਕੇ ਤੁਹਾਨੂੰ ਮੀਡੀਆ 'ਚ ਜਾਣਾ ਪਿਆ। ਇਹ ਹਾਲਾਤ ਨੇ ਤੁਹਾਡੀ ਪਾਰਟੀ ਦੇ। ਤੁਸੀਂ ਕਿਸੇ MLA ਨੂੰ ਪੁੱਛ ਲਓ, ਕਿਸੇ ਮਿਨਿਸਟਰ ਨੂੰ ਪੁੱਛ ਲਓ, ਤੁਸੀਂ ਕਿਸੇ ਕਾਂਗਰਸ ਵਰਕਰ ਨੂੰ ਪੁੱਛ ਲਓ, ਅਗਰ ਉਹਨਾਂ ਨੂੰ ਮਿਲਣਾ CM ਸਾਹਿਬ ਨੂੰ ਆਸਾਨ ਹੈ ਤਾਂ ਮੈਨੂੰ ਤਰੀਕਾ ਦੱਸ ਦੇਣ, ਅਸੀਂ ਵੀ ਜਾ ਕੇ ਆਪਣੇ ਹੱਥ ਜੋੜ ਕੇ ਬੇਨਤੀ ਕਰੇ ਆਈਏ ਜਾ ਕੇ। ਸਾਨੂੰ ਤਾਂ ਰਸਤਾ ਨਹੀਂ ਮਿਲਦਾ ਪਿਆ ਜਾਣ ਦਾ, ਉੱਥੇ ਮਿਲਣ ਦਾ, ਆਪਣੀ ਆਵਾਜ਼ ਪਹੁੰਚਾਉਣ ਦਾ। ਠੀਕ ਹੈ, ਪ੍ਰੈਸ ਵਾਲੇ ਤੁਸੀਂ ਰਸਤਾ ਦੱਸ ਦਿਓ, ਕੀ ਰਸਤਾ ਮਿਲਣ ਦਾ, ਅਸੀਂ ਜਾ ਕੇ ਮਿਲ ਲੈਂਦੇ ਹਾਂ ਜੀ। ਸਾਨੂੰ ਤਾਂ ਪਤਾ ਨਹੀਂ ਅਸੀਂ ਸੈਕਟਰੀ ਸਾਹਿਬ ਇਹ ਸਾਰੀਆਂ ਚੀਜ਼ਾਂ ਤੁਹਾਡੀ ਹਾਈ ਕਮਾਂਡ ਨੂੰ ਨਜ਼ਰ ਨਹੀਂ ਆ ਰਹੀਆਂ? ਇਕੱਲੇ ਤੁਸੀਂ ਨਹੀਂ ਹੋ ਸੈਕਟਰੀ ਸਾਹਿਬ, ਤੁਸੀਂ ਪਹਿਲੇ ਕਾਂਗਰਸ ਦੇ ਲੀਡਰ ਨਹੀਂ ਹੋ ਜਿਨ੍ਹਾਂ ਨੇ ਇਦਾਂ ਦੀ ਕੋਈ ਆਵਾਜ਼ ਚੁੱਕੀ ਹੋਵੇ। ਬੜੇ ਸਾਰੇ ਲੀਡਰ ਤੁਹਾਡੇ ਲਗਾਤਾਰ ਆਵਾਜ਼ ਚੁੱਕ ਰਹੇ ਨੇ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੋਵੇ ਜਾਂ COVID-19 ਦਾ ਮਸਲਾ ਹੋਵੇ। ਇਸ ਸਭ ਦੇ ਬਾਵਜੂਦ ਅੱਖਾਂ ਤੇ ਪੱਟੀ ਬੰਨੀ ਹੋਈ ਹਾਈ ਕਮਾਂਡ ਨੇ।
ਬਈ ਮੈਂ ਤੇ ਸਮਝਦਾ ਕਿ ਹਾਈ ਕਮਾਂਡ ਨੂੰ ਇਸ ਇਸ਼ੂ ਦੇ ਉੱਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਔਰ ਹਾਈ ਕਮਾਂਡ ਨੇ ਕਮੇਟੀ ਬਣਾਈ ਹੈ, ਸੁਣਿਆ ਇੱਕ ਅੱਜ ਕਮੇਟੀ ਬਣ ਕੇ ਆਈ ਹੈ ਜੀ। ਇਹ ਤੇ ਕਮੇਟੀਆਂ ਨਾਲ ਕੁਝ ਨਹੀਂ ਹੁੰਦਾ, ਇਹ ਤੇ ਐਕਸ਼ਨ ਕਰਨ ਦਾ ਸਮੇਂ ਹੈ। ਇੱਕ ਇੱਕ ਦਿਨ ਜਿਹੜਾ ਵਾ ਬੜਾ ਕੀਮਤੀ ਹੈ ਹਰਪ੍ਰੀਤ ਜੀ, ਇੱਕ ਇੱਕ ਦਿਨ ਬੜਾ ਇੰਪੋਰਟੈਂਟ ਹੈ। ਅਗਰ ਦੇਖੋ ਜਦੋਂ ਮਹਾਭਾਰਤ 'ਚ ਜੰਗ ਲੱਗੀ ਸੀ, ਦਿਨੇ ਜੰਗ ਲੱਗਦੀ ਸੀਗੀ ਤੇ ਰਾਤੀ ਉਹ ਜਿਹੜਾ ਇੱਕ ਦੂਜੇ ਨੂੰ ਮਤਲਬ ਲੜਦੇ ਨਹੀਂ ਸੀਗੇ, ਤਿਆਰੀ ਕਰਦੇ ਸੀ ਅਗਲੇ ਦਿਨ ਦੀ। ਅੱਜ ਕਰੋਨਾ ਦਾ ਜਿਹੜਾ ਸੈਕੰਡ ਫੇਜ਼ ਥੋੜਾ ਜਿਹਾ ਡਾਊਨ ਹੋਇਆ ਤੇ ਅਸੀਂ ਲਾਪਰਵਾਹ, ਆ ਜਿਹੜਾ ਮਹੀਨਾ 2 ਮਹੀਨੇ ਸਮੇਂ ਸਾਨੂੰ ਮਿਲਿਆ ਵਾ ਆਪਣੇ ਆਪ ਨੂੰ ਤਿਆਰ ਕਰਨ ਲਈ ਮਿਲਿਆ ਕਿ ਜੇ ਥਰਡ ਫੇਜ਼ ਆਏ ਤਾਂ ਅਸੀਂ ਉਹਨੂੰ ਲੜਨ ਲਈ ਤਿਆਰ ਹੋ ਜਾਈਏ। ਜੇ ਵੇਸਲੇ ਹੋ ਗਏ ਜੇ ਅਸੀਂ ਬਿਲਕੁਲ ਆਪਣੇ ਇੰਤਜ਼ਾਮ ਨਾ ਕੀਤੇ ਤੇ ਹਾਲਾਤ ਕੀ ਹੋਣਗੇ ਰੱਬ ਜਾਣਦਾ ਹੈ। ਅਸੀਂ ਤੇ ਪ੍ਰੇ ਕਰਨੇ ਕਿ ਕਰੋਨਾ ਬਿਮਾਰੀ ਦੌੜ ਹੀ ਜਾਏ ਇੱਥੋਂ, ਕਿਤੇ ਨਜ਼ਰ ਨਾ ਆਵੇ ਪੰਜਾਬ 'ਚ। ਬਟ ਇਹ ਹੈ ਕਿ ਤਿਆਰੀ ਜ਼ਰੂਰ ਕਰਨੀ ਚਾਹੀਦੀ ਹੈ, ਔਰ ਤਿਆਰੀ ਸਰਕਾਰ ਦਾ ਧਰਮ ਹੈ। ਜਿਹਨੇ ਵੋਟ ਲੈ ਕੇ ਸਰਕਾਰ ਬਣਾਈ ਹੈ, ਜਿਹਦੇ ਕੋਲੇ ਪਾਵਰ ਹੈ, ਉਹਦਾ ਧਰਮ ਹੈ ਕਿ ਹਰ ਪੋਸੀਬਲ ਬੰਦੇ ਕੋਲੋਂ ਸਹਾਇਤਾ ਲਵੇ। ਮੈਂ ਉਹੀ ਸਵਾਲ ਕਰਨ ਲੱਗਾ ਸੀਗਾ ਆਲ ਪਾਰਟੀ ਮੀਟਿੰਗ ਬੁਲਾਉਣ 'ਚ ਹਰਜ ਕੀ ਹੈ ਸੈਕਟਰੀ ਸਾਹਿਬ? ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਰਿਆਂ ਨੇ ਕਿਹਾ, ਮੈਂ ਇੱਕ ਕੋਟ ਕਰਨਾ ਚਾਹੁੰਦਾ, ਇੱਕ ਬਿਆਨ ਸੁਖਬੀਰ ਬਾਦਲ ਹੋਰਾਂ ਨੇ ਇੱਕ ਬਿਆਨ ਦਿੱਤਾ ਸੀਗਾ, ਭਾਵੇਂ ਉਹ ਆਮ ਆਦਮੀ ਪਾਰਟੀ ਹੈ, ਅਸੀਂ ਆ ਬਸਪਾ, ਜਿਹੜੀ ਮਰਜ਼ੀ ਪਾਰਟੀ ਹੋਵੇ, ਅੱਜ ਸਾਰਿਆਂ ਨੂੰ ਸਿਆਸਤ ਛੱਡ ਕੇ ਸਭ ਤੋਂ ਪਹਿਲਾਂ ਕੋਵਿਡ-19 ਦੇ ਜਿੰਨੇ ਵੀ ਮਰੀਜ਼ ਨੇ ਉਹਨਾਂ ਦੀ ਰੱਖਿਆ ਕਰਨੀ ਹੈ। ਆਪਾਂ ਉਹਨੂੰ ਵੀ ਦਰਕਿਨਾਰ ਕਰ ਦਿੱਤਾ। ਆਲ ਪਾਰਟੀ ਮੀਟਿੰਗ ਦੇ ਵਿੱਚ ਬੁਲਾਉਣ 'ਚ ਹਰਜ ਕੀ ਹੈ ਸਾਨੂੰ? ਦੇਖੋ ਮੈਂ ਇਸ ਚੀਜ਼ ਦਾ ਜਵਾਬ ਨਹੀਂ ਦੇ ਸਕਦਾ, ਜਿਹੜੇ ਬੰਦੇ ਮਿਨਿਸਟਰ ਨੇ, ਚੀਫ ਮਿਨਿਸਟਰ ਨੇ ਉਹੀ ਦੱਸ ਸਕਦੇ, ਪਰ ਮੈਂ ਸਮਝਦਾ ਕਿ ਅਸੀਂ ਕਾਂਗਰਸੀ ਹਾਂ, ਅਸੀਂ ਕਾਂਗਰਸ ਵਰਕਰਾਂ ਦੇ ਨਾਤੇ ਕਹਿੰਦੇ ਆ ਕਿ ਆਲ ਪਾਰਟੀ ਮੀਟਿੰਗ ਮਿਲਣੀ ਚਾਹੀਦੀ ਹੈ। ਜੇ ਸੁਖਬੀਰ ਜੀ ਵੀ ਤਿਆਰ ਨੇ, ਜੇ ਆਪ ਵਾਲੇ ਵੀ ਤਿਆਰ ਨੇ, ਤੇ ਬੀਜੇਪੀ ਵੀ ਤਿਆਰ ਹੈ, ਤੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਅਗਰ ਜੇ ਪੱਕੀ ਟੀਮ, ਵੱਡੀ ਟੀਮ ਬਣੇਗੀ, ਕਰੋਨਾ ਨਾਲ ਲੜਾਈ ਹੋਏਗੀ ਤੇ ਜਿੱਤ ਕਿਹਦੀ ਹੋਏਗੀ? ਜਿਹੜਾ ਜਰਨੈਲ ਹੈ ਕੈਪਟਨ ਅਮਰਿੰਦਰ ਸਿੰਘ ਹੈ, ਹੈਡ ਤੇ ਉਹਨੇ ਰਹਿਣਾ ਨਾ ਪੰਜਾਬ। ਨਾਲੇ ਪਾਰਟੀਆਂ ਬੋਲਣ ਜੋਗੀਆਂ ਨਹੀਂ ਰਹਿਣੀਆਂ, ਅੱਜ ਸਾਰੀਆਂ ਜਿਹੜੀਆਂ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ, ਫਿਰ ਉਹ ਬੋਲਣ ਜੋਗੇ ਵੀ ਨਹੀਂ ਰਹਿਣਗੇ। ਹਾਂਜੀ, ਨੈਚੁਰਲੀ ਸਾਰੇ ਬੰਦੇ ਮਿਲ ਕੇ ਕੰਮ ਕਰਨਗੇ। ਇਸ ਬਿਮਾਰੀ ਲਈ ਤਾਂ ਸਾਰੇ ਇਕੱਠੇ ਹੋ ਜਾਓ, ਇਹਨੂੰ ਬਿਮਾਰੀ ਨੂੰ ਫੇਸ ਕਰਨ ਲਈ ਤਾਂ ਇਕੱਠੇ ਹੋ ਜਾਓ। ਮੇਰਾ ਫਰਜ਼ ਬਣਦਾ ਵਾ, ਮੇਰੇ ਤੋਂ ਬਹੁਤ ਸਾਰੇ ਲੋਕ ਜੂਨੀਅਰ ਨੇ ਪਾਰਟੀ 'ਚ, ਸਾਡੀ 'ਚ, ਹੁਣ ਐਮਐਲਏ ਬਣੇ ਨੇ, ਕੋਈ ਪਹਿਲੀ ਵਾਰੀ ਬਣਿਆ, ਕੋਈ 92 'ਚ ਬਣਿਆ, ਕੋਈ 2002 'ਚ ਬਣਿਆ, ਮੇਰੇ 85 ਦਾ ਬਣਦਾ। ਮੈਂ ਸਭ ਨੂੰ ਕਹਿ ਰਿਹਾ ਕਿ ਸਾਰਿਆਂ ਨੂੰ ਨਾਲ ਲਵੋ, ਸਾਰੇ ਨਾਲ ਇਕੱਠੇ ਹੋ ਕੇ ਕਰੋਨਾ ਦੀ ਲੜਾਈ ਲੜੀਏ, ਇੱਕ ਦੂਜੇ ਨੂੰ ਨੀਚਾ ਨਾ ਦਿਖਾਈਏ, ਇਕੱਠੇ ਹੋਈਏ। ਠੀਕ ਹੈ ਸੈਕਟਰੀ ਸਾਹਿਬ, ਇੱਕ ਦੋ ਸਿਆਸੀ ਸਵਾਲ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਤੁਸੀਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਕਿ ਜੇ ਟਿਕਟ ਨਹੀਂ ਮਿਲਦੀ ਤਾਂ ਵੀ ਇਲੈਕਸ਼ਨ ਲੜਾਂਗਾ। ਇਹ ਸਮਝੀਏ ਫਿਰ ਇਹ ਤਿਆਰੀ ਦੀ ਪਹਿਲੀ ਨੀਂਹ ਤੁਸੀਂ ਰੱਖ ਦਿੱਤੀ ਹੈ, ਇਦਾਂ ਸਰਕਾਰ ਦੇ ਖਿਲਾਫ ਬਿਗਲ ਵਜਾ ਕੇ ਤੁਸੀਂ ਤਿਆਰੀ ਕਰ ਰਹੇ ਹੋ, ਬੇਸ ਬਣਾ ਰਹੇ ਹੋ ਆਪਣਾ? ਹਰਪ੍ਰੀਤ ਜੀ, ਇਸ ਤਰ੍ਹਾਂ ਹੈ, ਬਟਾਲਾ ਕੌਂਸਟੀਚੁਐਂਸੀ 'ਚ ਮੈਂ 37 ਸਾਲ ਐਜ਼ ਏ ਪਾਰਟੀ ਦਾ ਲਗਾਤਾਰ ਚੁਣਾਵ ਲੜਿਆ, ਜਿੱਤੇ ਹਰੇ। ਜਦੋਂ ਜਿੱਤਦੇ 19,000 ਤੇ ਬਟਾਲਾ ਜਿਤਾਉਂਦਾ, ਜਦੋਂ ਹਰਦੇ 87 ਵੋਟ ਤੇ ਹਾਰ ਗਏ ਜਾਂ 400 ਤੇ ਹਾਰ ਗਏ। ਕੰਮ ਬੜਾ ਕੀਤਾ ਉੱਥੇ, ਲੋਕਾਂ ਨੂੰ 1 to 1 ਕਾਂਗਰਸ ਪਾਰਟੀ ਨੂੰ ਬਿਲਡ ਕੀਤਾ। ਔਰ ਸਵਾਲ ਇਹ ਆ ਕਿ ਬਟਾਲੇ ਵੱਲ ਹਰ ਵਾਰੀ ਨਜ਼ਰ ਹੋ ਜਾਂਦੀ ਆ, ਇਹ ਬਾਜਵਾ ਭਰਾਵਾਂ ਦੀ ਨਜ਼ਰ ਸਾਡੇ ਵੱਲ ਹੀ ਰਹਿੰਦੀ ਆ। ਪਿਛਲੀ ਵਾਰੀ ਪ੍ਰਤਾਪ ਬਾਜਵਾ ਜੀ ਇੰਟਰਸਟਿਡ ਸਨ, ਐਤਕੀ ਤ੍ਰਿਪਤ ਬਾਜਵਾ ਜੀ ਇੰਟਰਸਟਿਡ ਨੇ। ਇਹਨਾਂ ਨੂੰ ਮੈਨੂੰ ਅੱਛਾ, ਮੈਂ ਵੈਸੇ ਪੁੱਛਦਾ ਜਨਤਾ ਦੇ ਸਾਹਮਣੇ ਇੱਕ ਖੁੱਲਾ ਸਵਾਲ ਕਿ ਤ੍ਰਿਪਤ ਬਾਜਵਾ ਜੀ ਆਪਣੇ ਆਪ ਨੂੰ ਆਉਣ ਵਾਲਾ ਮੁੱਖ ਮੰਤਰੀ ਵੀ ਸਮਝਦੇ ਨੇ, ਬੜੇ ਪਾਵਰਫੁਲ ਸਮਝਦੇ ਨੇ ਆਪਣੇ ਆਪ ਨੂੰ। ਉਹ ਜਿਹੜੀ ਕੌਂਸਟੀਚੁਐਂਸੀ ਆਪਣਾ ਫਤਿਹਗੜ੍ਹ ਚੂੜੀਆਂ ਤੋਂ ਚੁਣਾਵ ਲੜ ਕੇ ਜਿੱਤੇ 2 ਵਾਰੀ 3 ਵਾਰੀ, ਉਹ ਜੇ ਉਹਨਾਂ ਨੇ ਉੱਥੇ ਸੇਵਾ ਕੀਤੀ ਆਪਣੇ ਲੋਕਾਂ ਦੀ, ਜੇ ਝੂਠੇ ਪਰਚੇ ਨਹੀਂ ਬਣਾਏ ਲੋਕਾਂ ਤੇ, ਜੇ ਪਿਆਰ ਨਾਲ ਲੋਕਾਂ ਨਾਲ ਬੋਲੇ ਆ, ਡਿਵੈਲਪਮੈਂਟ ਕੀਤੀ ਹੈ, ਰੂਰਲ ਡਿਵੈਲਪਮੈਂਟ ਕੀਤੀ ਹੈ, ਤੇ ਫਿਰ ਉਹਨਾਂ ਨੂੰ ਉੱਥੋਂ ਦੌੜਨ ਦੀ ਲੋੜ ਕੀ ਹੈ? ਕਿਉਂ ਦੌੜ ਰਹੇ ਚੋਰਾਂ ਦੀ ਤਰ੍ਹਾਂ ਆਪਣੇ ਲੋਕਾਂ ਕੋਲੋਂ? ਉਹ ਰਹਿਣ ਉੱਥੇ ਲੋਕਾਂ ਦੇ ਨਾਲ ਮਿਲ ਕੇ ਚੁਣਾਵ ਜਿੱਤ ਕੇ ਆਣ। ਪਿਛਲਾ ਚੁਣਾਵ ਵੀ ਜਿੱਤੇ ਹੀ ਨਾ ਉਹਨਾਂ ਨੇ। ਬਟਾਲੇ ਵਾਲੇ ਕੀ ਦੇਖਦੇ ਨੇ? ਬਟਾਲੇ ਵਾਲੇ ਇਸ ਲਈ ਦੇਖ ਰਹੇ ਆ ਕਿ ਬਟਾਲੇ 'ਚ ਅਸ਼ਵਨੀ ਸੇਖਰੀ ਨੇ ਕਾਂਗਰਸ ਨੂੰ ਮਜ਼ਬੂਤ ਕੀਤਾ। ਜਿਹਨੂੰ ਕਾਂਗਰਸ ਦੀ ਟਿਕਟ ਮਿਲ ਜਾਂਦੀ ਆ ਉਹ ਜਿੱਤ ਜਾਂਦਾ, ਚਾਹੇ ਕਾਉਂਸਲਰ ਹੋਵੇ ਚਾਹੇ ਐਮਐਲਏ ਹੋਵੇ। ਉਹਨੇ ਚੱਲ ਕੇ ਇੱਥੇ ਆਉਣਾ ਚਾਹੁੰਦੇ ਨੇ। ਮੈਂ ਹਰਪ੍ਰੀਤ ਜੀ ਦੱਸਿਆ ਹਰ ਵਾਰੀ ਜੀ ਕਿ ਮੇਰੇ ਖਿਲਾਫ 30 ਤੋਂ 32 ਬੰਦੇ ਹਰ ਵਾਰੀ ਅਪਲਾਈ ਕਰਦੇ ਆ। 1985 ਤੋਂ ਲੈ ਕੇ ਹੁਣ ਤੱਕ 7 ਚੁਣਾਵ ਹੋਏ ਜੀ, ਹਰ ਚੁਣਾਵ 'ਚ 30-32 ਲੋਕ ਅਪਲਾਈ ਕਰਦੇ ਨੇ, ਤੇ 33ਵੇਂ ਜਿਹੜੇ ਆ ਤ੍ਰਿਪਤ ਬਾਜਵਾ ਜੀ ਐਤਕੀ ਅਪਲਾਈ ਕਰ ਲੈਣ। ਟਿਕਟ ਤੇ ਹਾਈ ਕਮਾਂਡ ਨੇ ਮੈਨੂੰ ਦੇਣੀ ਹੈ, ਚੁਣਾਵ ਤੇ ਮੈਂ ਹੀ ਲੜਨਾ ਉੱਥੇ। ਇਹਨਾਂ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਇਸ ਚੀਜ਼ ਦੀ? ਮੈਨੂੰ ਡਿਸਟਰਬ ਕਰਕੇ ਮੈਨੂੰ ਸਮਝ ਨਹੀਂ ਆ ਰਹੀ। ਜਾਂ ਇਹ ਨੀਚਾ ਦਿਖਾਣਾ ਚਾਹੁੰਦੇ ਨੇ। ਠੀਕ ਹੈ, ਤੁਹਾਡੇ ਚੈਨਲ ਦੇ ਥਰੂ ਤ੍ਰਿਪਤ ਬਾਜਵਾ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ
ਕਿ ਤੁਹਾਡੀ ਜਾਨ ਬਚਾਈ ਸੀ 1988-99 ਚ। ਤੁਹਾਡੀ ਰਗਾਂ ਜਿਹੜਾ ਲਹੂ ਹੈ ਉਹ ਅੱਜ ਵੀ ਅਸ਼ਵਨੀ ਸੇਖੀ ਦਾ ਧੰਨਵਾਦ ਕਰਦਾ ਹੋਏਗਾ। ਤੁਸੀਂ ਮੇਰੇ ਗੋਡੇ ਲਵਾਣੇ ਚਾਹੁੰਦੇ ਹੋ, ਭੁੱਲ ਜਾਓ। ਖੱਤਰੀ ਦਾ ਪੋਤਾ ਮੇਰੇ ਗੋਡੇ ਨਹੀਂ ਲਵਾ ਸਕਦਾ। ਚੁਣਾਵ ਲੜਾਂਗਾ, ਕਾਂਗਰਸ ਪਾਰਟੀ ਕਹੇਗੀ ਤਦ ਵੀ ਲੜਾਂਗਾ, ਨਹੀਂ ਤੇ ਜਿੱਥੋਂ ਮਰਜ਼ੀ ਲੜਾ। ਤ੍ਰਿਪਤ ਬਾਜਵਾ ਮੇਰਾ ਚੈਲੰਜ ਹੈ, ਬਟਾਲੇ ਚੁਣਾਵ ਲੜ। ਮੈਂ ਤੇਰੇ ਸਾਹਮਣੇ ਬਟਾਲੇ ਚੁਣਾਵ ਲੜਾਂਗਾ ਔਰ ਤੇਰੀ ਜ਼ਮਾਨਤ ਜ਼ਬਤ ਕਰਾਵਾਂਗਾ। ਪਰ ਬਾਜਵਾ ਸਾਹਿਬ ਮਾਫ ਕਰਨਾ, ਸੈਕਟਰੀ ਸਾਹਿਬ ਇਸ ਗੱਲ ਦਾ ਫਰਕ ਤਾਂ ਪੈਂਦਾ ਹੀ ਹੈ ਨਾ ਕਿ ਇੱਕ ਮੰਤਰੀ ਰਿਹਾ ਹੋਵੇ, ਜਿਹੜਾ ਮੰਤਰੀ ਦੇ ਕੋਲ ਇੰਨਾ ਅਹਿਮੀਅਤ ਵਾਲਾ ਅਹੁਦਾ ਹੋਵੇ ਤੇ ਉਹ ਮੰਤਰੀ ਕਵੇ ਮੈਂ ਫਲਾਣੀ ਜਗ੍ਹਾ ਤੋਂ ਖੜਨਾ ਹੈ। ਲੋਕਾਂ ਦਾ ਥੋੜਾ ਜਿਹਾ ਇੰਟਰਸਟ ਤਾਂ ਬਣਦਾ ਹੀ ਹੈ ਕਿ ਯਾਰ ਸਾਡੇ ਇਲਾਕੇ ਤੋਂ ਇੱਕ ਮੰਤਰੀ ਖੜਾ ਹੋਣ ਲੱਗਾ ਤੇ ਜੇ ਜਿੱਤ ਗਿਆ ਤੇ ਦੁਬਾਰਾ ਮੰਤਰੀ ਬਣ ਜਾਏਗਾ। ਨਹੀਂ, ਲੋਕ ਤੇ ਮੈਨੂੰ ਮਜਬੂਰ ਕੀਤਾ, ਨਹੀਂ ਤਾਂ ਮੈਂ ਤੇ ਕਹਿੰਦਾ ਯਾਰ ਮੈਨੂੰ ਤੁਸੀਂ ਰਿਟਾਇਰ ਕਰੋ, 62 ਈਅਰ ਦਾ ਹੋ ਗਿਆ ਮੈਂ। ਮੈਨੂੰ ਤਾਂ ਬਟਾਲੇ ਵਾਲਿਆਂ ਨੇ ਮਜਬੂਰ ਕੀਤਾ ਹੈ ਕਿ ਆਪਾਂ ਬਿਲਕੁਲ ਦੌੜਨਾ ਨਹੀਂ ਹੈ, ਆਪਾਂ ਇਹਦੇ ਸਾਹਮਣੇ ਖਲੋਣਾ ਹੈ। ਮੈਨੂੰ ਪਿੰਡਾਂ 'ਚੋਂ ਪਿਆਰ ਕਰਨ ਵਾਲੇ ਲੋਕ, ਸ਼ਹਿਰ ਦੇ ਪਿਆਰ ਕਰਨ ਵਾਲੇ ਲੋਕ ਮੈਨੂੰ ਮਜਬੂਰ ਕਰਦਾ। ਹਰਪ੍ਰੀਤ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆ 1.5-2 ਮਹੀਨੇ 3 ਮਹੀਨੇ ਮੈਂ ਬਿਲਕੁਲ ਚੁੱਪ ਰਿਹਾ, ਮੈਂ ਕੁਝ ਨਹੀਂ ਮੈਂ ਕੀਤਾ। ਮੇਰੀ ਲੋਕਾਂ ਨੇ ਮੈਨੂੰ ਫੋਨ ਕਰ ਕਰਕੇ ਮਿਲ ਕੇ ਮਜਬੂਰ ਕਰ ਦਿੱਤਾ ਕਿ ਆਪਾਂ ਇਹੋ ਜਿਹੇ ਬੰਦੇ ਨੂੰ ਬਟਾਲੇ ਵੜਨ ਨਹੀਂ ਦੇਣਾ, ਇਹਨੂੰ ਤੇ ਬਾਹਰ ਹੀ ਰਹਿਣ ਦਿਓ। ਬਟਾਲੇ ਕਹਿੰਦੇ ਤੁਸੀਂ ਕੰਮ ਕਰੋ, ਤੇ ਜੇ ਜਨਤਾ ਚਾਹੁੰਦੀ ਹੈ ਤਾਂ ਮੈਂ ਦੱਸੋ ਕੀ ਕਰਾਂ, ਕਿੱਥੇ ਮੈਂ ਜਾਵਾਂ। ਚਲੋ, ਮੈਨੂੰ ਤਾਂ ਕਹਿੰਦੇ ਤੁਸੀਂ ਚੁਣਾਵ ਲੜੋ ਬਟਾਲੇ। ਮੈਂ ਕਹਿੰਦਾ ਠੀਕ ਹੈ। ਇੱਕ ਆਖਰੀ ਸਵਾਲ ਸੈਕਟਰੀ ਸਾਹਿਬ, ਆਖਰੀ ਸਵਾਲ। ਹੁਣ ਸਵਾਲ ਇਹ ਖੜਾ ਹੁੰਦਾ ਕਿ ਇਸ ਵਿਪਤਾ ਦੀ ਘੜੀ ਦੇ ਵਿੱਚੋਂ ਨਿਕਲੀਏ ਕਿਵੇਂ? ਤੁਸੀਂ ਤਾਂ ਅਪੀਲ ਕਰ ਦਿੱਤੀ ਹੈ, ਜੇ ਤੁਹਾਡੀ ਅਪੀਲ ਨਹੀਂ ਸੁਣੀ ਜਾਂਦੀ, ਨਹੀਂ ਮੰਨਦੇ, ਕੋਈ ਫਰਕ ਨਹੀਂ ਪੈਂਦਾ ਸਰਕਾਰ ਨੂੰ, ਫਿਰ ਸਾਰੇ NRI ਭਰਾ, ਸਾਰੇ ਪੰਜਾਬ ਦੇ ਇੰਡਸਟਰੀਅਲਿਸਟ, ਸਾਰੇ ਪੰਜਾਬ ਦੇ ਬਿਜ਼ਨਸਮੈਨ, ਸਾਰੀਆਂ ਪੋਲੀਟੀਕਲ ਪਾਰਟੀਜ਼, ਮੈਂ ਹੱਥ ਜੋੜ ਕੇ ਇੱਕ ਅਪੀਲ ਕਰ ਰਿਹਾ, ਪੰਜਾਬ ਦੇ ਇੱਕ ਆਮ ਨਾਗਰਿਕ ਦੇ ਨਾਤੇ, ਅਗਰ ਸਰਕਾਰ ਨੂੰ ਸਾਡੀਆਂ ਬੇਨਤੀਆਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਇੱਕ ਪਲੇਟਫਾਰਮ ਬਣਾਓ। ਕੋਈ ਲੀਡਰ ਅੱਗੇ ਨਾ ਗਏ, ਅਸੀਂ ਸਭ ਤੋਂ ਪਹਿਲਾਂ ਨਾਲ ਚੱਲਾਂਗੇ। ਉਸ ਪਲੇਟਫਾਰਮ ਦਾ ਕੰਮ ਕੀ ਹੋਵੇ? ਫਾਈਟ ਕੋਵਿਡ। ਉਹਦੇ ਲਈ ਆਪਾਂ ਕੋਵਿਡ ਸੈਂਟਰ ਬਣਾਈਏ, ਹਰ ਸਬ ਡਿਵੀਜ਼ਨ 'ਚ ਕੋਵਿਡ ਸੈਂਟਰ ਬਣਾਈਏ, ਉਹਦੇ ਲਈ ਹਰ ਚੀਜ਼ ਦਾ ਇੰਤਜ਼ਾਮ ਕਰੀਏ। ਬਹੁਤ ਸਾਰੇ ਦਾਨੀ ਲੋਕ ਇੱਥੇ ਅਵੇਲੇਬਲ ਨੇ, ਲੋਕ ਸਪੋਰਟ ਕਰਨ ਨੂੰ ਤਿਆਰ ਹੈ। ਕੋਈ ਬੰਦਾ ਅੱਗੇ ਲੱਗ ਜਾਵੇ, ਸਾਰਾ ਪੰਜਾਬ, ਸਾਰੇ ਪੰਜਾਬੀ ਉਹਦੇ ਨਾਲ ਲੱਗਣ ਨੂੰ ਤਿਆਰ ਹੈ। ਸਰਕਾਰ ਦੀ ਮਰਜ਼ੀ ਹੈ, ਸਾਡੀ ਮਦਦ ਲੈਣੀ ਲੈ ਲਵੇ, ਨਹੀਂ ਤੇ ਅਸੀਂ ਤਿਆਰੀ ਕਰਕੇ ਰੱਖੀਏ ਕਿ ਜੇ ਕਦੇ ਵਿਪਤਾ ਪੈ ਜੇ ਤੇ ਉਹ ਵਰਤੀ ਜਾ ਸਕੇ। ਮੇਰੀ ਇਹ ਬੇਨਤੀ ਹੈ। ਕਿਉਂਕਿ ਬਾਕੀ ਵੀ ਤਾਂ ਆਪਣੀ ਮਰਜ਼ੀ ਨਾਲ ਕਰ ਹੀ ਰਹੇ ਹੈ, ਜਿੰਨੇ ਜੋਗਾ ਹੈਗਾ ਉਹ ਸਾਰੇ ਆਪੋ ਆਪਣੇ ਤਰੀਕੇ ਨਾਲ ਲੱਗੇ ਹੋਏ ਕਰੀ ਜਾ ਰਹੇ ਆ ਕੰਮ ਸਾਰੇ। ਦੇਖੋ, ਮੈਂ ਹਰਪ੍ਰੀਤ ਜੀ ਕਹਿੰਦਾ ਸੰਗਠਿਤ ਹੋ ਜਾਣਾ ਜੀ। ਦੇਖੋ, ਇੱਕ ਬੰਦੇ ਨੇ ਕੀਤਾ, ਉਹਨੂੰ ਤਰੀਕਾ ਆ ਗਿਆ ਵੀ ਕੀ ਚੀਜ਼ਾਂ ਚਾਹੀਦੀਆਂ, ਕਿੱਥੇ ਜਾਣਾ ਪਿਆ। ਜੇ ਉਹ ਸਭ ਨੂੰ ਗਾਈਡ ਕਰ ਦੇਗਾ ਤੇ ਜਿਹੜਾ ਕਰਨਾ ਚਾਹੇਗਾ ਉਸ ਮੁਹਿੰਮ ਚ ਕਰ ਲੇਗਾ ਆ ਕੇ। ਠੀਕ ਹੈ, ਬਹੁਤ ਧੰਨਵਾਦ ਸੈਕਟਰੀ ਸਾਹਿਬ। ਪਾਰਟੀ ਲੈਵਲ ਦੇ ਉੱਪਰ ਉੱਠ ਕੇ, ਪਾਰਟੀ ਲੈਵਲ ਦੇ ਉੱਪਰ ਉੱਠ ਕੇ। ਠੀਕ ਹੈ ਸੈਕਟਰੀ ਸਾਹਿਬ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਆਪਣੇ ਮਨ ਦੇ ਵਾਹ ਫਰੋਲੇ ਦਰਸ਼ਕਾਂ ਸਾਹਮਣੇ ਰੱਖਣ ਦੇ ਲਈ। ਕਿਉਂਕਿ ਵਾਕਈ ਜਦੋਂ ਇੱਕ ਪਾਰਟੀ ਨਾਲ ਜੁੜਿਆ ਹੋਇਆ ਬੰਦਾ, ਜਿਹਨੂੰ 42 ਸਾਲ ਹੋ ਗਏ ਹੁਣ ਪਾਰਟੀ ਦੇ ਨਾਲ ਜੁੜੇ ਹੋਏ, ਜਦੋਂ ਉਹਦੀ ਵੀ ਆਵਾਜ਼ ਨਾ ਸੁਣੀ ਜਾਵੇ, ਉਹ ਵੀ ਉਦੋਂ ਜਦੋਂ ਉਹ ਆਪਣੇ ਲਈ ਨਹੀਂ ਸਿਰਫ ਲੋਕਾਂ ਲਈ ਕਹਿ ਰਿਹਾ ਹੋਵੇ, ਕੋਵਿਡ-19 ਕਰਕੇ ਕਹਿ ਰਿਹਾ ਹੋਵੇ, ਲੋਕਾਂ ਨੂੰ ਕਹਿੰਦੇ ਕਿ ਤਿਲ ਮਰਦੇ ਹੋਏ ਵੇਖ ਨਹੀਂ ਸਕਦਾ, ਇਸ ਕਰਕੇ ਆਪਣੀ ਆਵਾਜ਼ ਚੁੱਕੀ ਹੈ। ਹੁਣ ਦੇਖਣਾ ਹੋਏਗਾ ਕਿ CM ਸਾਹਿਬ ਇਸ ਆਵਾਜ਼, ਜਿਹੜੀ ਆਵਾਜ਼ ਚੁੱਕੀ ਹੋਈ ਹੈ, ਉਸ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਨੇ ਜਾਂ ਦਬਾਉਂਦੇ ਨੇ। ਇਹ ਹੁਣ ਇਹਨਾਂ ਦੀ ਪਾਰਟੀ ਤੇ ਹੀ ਡਿਪੈਂਡ ਕਰਦਾ ਹੈ, ਜਾਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਡਿਪੈਂਡ ਕਰਦਾ, ਜਾਂ ਪਾਰਟੀ ਦੀ ਹਾਈ ਕਮਾਂਡ ਤੇ ਡਿਪੈਂਡ ਕਰਦਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।